ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਵਰਿੰਦਰ ਭਿੰਡਰ ਤੇ ਤੁਸੀਂ ਜੁੜੇ ਹੋਏ ਵੌਇਸ ਆਫ ਇੰਡੀਆ ਮੀਡੀਆ ਦੇ ਨਾਲ। ਹਮੇਸ਼ਾ ਦੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਗਰਾਊਂਡ ਜ਼ੀਰੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਦੇਸ਼ ਦੁਨੀਆ ਦੀਆਂ ਤਰੋ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ। ਅੱਜ ਵੀ ਅਸੀਂ ਜੋ ਵੀ ਸੰਸਾਰ ਦੇ ਵਿੱਚ ਵਾਪਰਿਆ ਉਹਦੇ ਨਾਲ ਅਸੀਂ ਤੁਹਾਡੇ ਨਾਲ ਉਸ ਖਬਰਾਂ ਦੀ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਜੋ ਬਜ਼ੁਰਗ ਔਰਤ ਕੋਲੋਂ ਫਰੌਤੀ ਦੀ ਮੰਗ ਕੀਤੀ ਗਈ ਹੈ, ਕੀ ਸਾਰਾ ਮਸਲਾ ਹੈ। ਸਿੰਘ ਐਂਡ ਕੌਰ ਪਾਰਕ ਦਾ ਵੀ ਇੱਕ ਮਸਲਾ ਚੱਲ ਰਿਹਾ, ਕੀ ਕਹਾਣੀ ਹੈ ਪੂਰੀ, ਉਹਦੇ ਬਾਰੇ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ। 6ਵੀਂ ਕਲਾਸ ਦੀ ਇੱਕ ਲੜਕੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਨੇ। ਕਿਹੜੇ ਦੇਸ਼ ਦੀ ਹੈ ਇਹ ਖਬਰ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰੂਬਰੂ ਕਰਾਂਗੇ ਇਹ ਸਾਰੀ ਖਬਰ ਨੂੰ। ਚੀਨ ਦਾ ਇੱਕ ਰਾਕਟ ਹੈ ਪੁਲਾੜ ਦੇ ਵਿੱਚ ਤਬਾਹ ਹੋ ਗਿਆ। ਪੰਜਾਬ ਦੇ ਵਿੱਚ ਦੋ ਜਿਹੜੇ ਪਰਸਨ ਨੇ, ਇੱਕ ਜੋੜਾ ਸਿੱਧੂ ਜੋੜਾ, ਉਹਦੇ ਬਾਰੇ ਵੀ ਕੀ ਚਰਚਾਵਾਂ ਚੱਲ ਰਹੀਆਂ ਨੇ, ਕੀ ਉਹਨਾਂ ਦੀ ਅਗਲੀ ਸਟ੍ਰੈਟਜੀ ਆ, ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਤੇ ਕਰੋਨਾ ਦੀ ਮਹਾਮਾਰੀ ਬਾਰੇ ਜੋ ਸਾਰੇ ਸੰਸਾਰ ਦੇ ਵਿੱਚ ਨਵੇਂ ਅਪਡੇਸ਼ਨ ਹਨ ਉਹ ਵੀ ਅਸੀਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਉਹਦਾ ਵਿਸਥਾਰ ਕਰਾਂਗੇ। ਇਹ ਸਨ ਖਬਰਾਂ ਦੀ ਇੱਕ ਪੰਛੀ ਝਾਤ ਤੇ ਹੁਣ ਅਸੀਂ ਇਸ ਖਬਰਾਂ ਦਾ ਪੂਰਾ ਵਿਸਥਾਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੇ ਨੇ ਸਰਦਾਰ MP ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਆਇਆਂ ਜੀ, ਬਹੁਤ ਮਿਹਰਬਾਨੀ। ਸ਼ੁਕਰੀਆ ਭਿੰਡਰ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਬੁਲਾਇਆ। ਸਭ ਤੋਂ ਪਹਿਲਾਂ ਅਸੀਂ ਇਸ ਖਬਰ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਬਜ਼ੁਰਗ ਔਰਤ ਕੋਲੋਂ ਫਰੌਤੀ ਦੀ ਮੰਗ ਕੀਤੀ ਗਈ ਹੈ। ਸਾਰਾ ਮਸਲਾ ਕੀ ਹੈ ਜੀ, ਸਾਡੇ ਦਰਸ਼ਕਾਂ ਨਾਲ ਇਸ ਜਿਹੜੀ ਖਬਰ ਦੀ ਸਾਂਝ ਪਾਓ। ਭਿੰਡਰ ਸਾਹਿਬ, ਬੜੇ ਦੇਰ ਤੋਂ ਜਦੋਂ ਤੋਂ ਮੈਂ ਕੈਨੇਡਾ 'ਚ ਆਇਆ, ਹਾਂਜੀ, ਇਹੋ ਜਿਹੀਆਂ ਖਬਰਾਂ ਸੁਣਦੇ ਰਹਿੰਦੇ ਅਸੀਂ। ਫੋਨ ਕਾਲਾਂ ਆਉਂਦੀਆਂ ਲੋਕਾਂ ਦੇ ਘਰਾਂ ਦੇ ਵਿੱਚ ਜੀ। ਉਹ ਜਿਹੜੇ ਫਰਾਡ ਕਰਨ ਵਾਲੇ ਲੋਕ ਹੁੰਦੇ ਆ, ਉਹ ਕਹਿੰਦੇ ਜੀ ਅਸੀਂ CRA ਤੋਂ ਬੋਲਦੇ ਹਾਂ ਜੀ। ਨੰਬਰ ਵੀ ਉਹਨਾਂ ਦਾ CRA ਵਾਲਾ ਹੀ ਹੁੰਦਾ। ਹਾਂਜੀ, CRA ਤੋਂ ਬੋਲਦੇ ਹਾਂ ਅਸੀਂ, ਤੇ ਤੁਹਾਡੇ ਵੱਲ ਟੈਕਸ ਦਾ ਬਕਾਇਆ ਜਾਂ ਸੋਸ਼ਲ ਇੰਸ਼ੋਰੈਂਸ ਡਿਪਾਰਟਮੈਂਟ ਵੱਲੋਂ ਬੋਲਦੇ ਹਾਂ ਤੇ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਜਿਹੜਾ ਵਾ ਉਹ ਮਿਸਯੂਜ਼ ਹੋ ਗਿਆ ਜਾਂ ਉਹਨੂੰ ਬਦਲਣਾ। ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਸੁਣਨ ਨੂੰ ਦੇਖਣ ਨੂੰ ਮਿਲੀਆਂ ਹੈਗੀਆਂ। ਇਹ ਇੱਕ ਨਵੀਂ ਘਟਨਾ ਵਾਪਰੀ ਜਿਹਦਾ ਤੁਸੀਂ ਜ਼ਿਕਰ ਕਰਨ ਲੱਗੇ ਹੋ। ਇਹ ਥੋੜ੍ਹੇ ਦਿਨ ਪਹਿਲਾਂ ਟੋਰਾਂਟੋ ਏਰੀਏ ਦੇ ਵਿੱਚ ਇੱਕ ਬਜ਼ੁਰਗ ਔਰਤ, ਉਹਨੂੰ ਇੱਕ ਫੋਨ ਕਾਲ ਆਉਂਦੀ ਹੈ। ਕੁਝ ਨੌਜਵਾਨਾਂ ਨੇ ਫੋਨ ਕਾਲ ਕੀਤੀ ਹੈ, ਕਿਸੇ ਇੱਕ ਨੇ ਕੀਤੀ। ਉਹਨੇ ਉਹਨੂੰ ਕਿਹਾ ਕਿ ਜੀ ਤੁਹਾਡੇ ਵੱਲ ਟੈਕਸ ਦਾ ਬਕਾਇਆ $10,000 ਜਿਹੜਾ ਤੁਸੀਂ ਦਿਓ, ਨਹੀਂ ਤੇ ਤੁਹਾਡੇ ਖਿਲਾਫ ਜਿਹੜੀ ਆ ਬਹੁਤ ਵੱਡੀ ਕਾਰਵਾਈ ਹੋ ਜੂਗੀ, ਤੁਹਾਨੂੰ ਜੇਲ੍ਹ ਹੋ ਜੂਗੀ। ਉਹ ਔਰਤ ਨੈਚੁਰਲੀ, ਜਿਹਨੂੰ ਇੱਦਾਂ ਦੀ ਫੋਨ ਆਉਂਦਾ ਵਾ, ਉਹ ਘਬਰਾਹਟ ਤਾਂ ਹੁੰਦੀ ਹੈ। ਉਹਨੇ ਘਬਰਾਹਟ ਦੇ ਵਿੱਚ ਕਿਹਾ ਦੱਸੋ ਜੀ ਮੈਂ ਕਿਵੇਂ ਆਪਣੇ ਆਪ ਨੂੰ ਬਚਾ ਸਕਦੀ, ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦੀ। ਉਹਨੂੰ ਕਹਿੰਦੇ ਜੀ ਤੁਸੀਂ ਇਸ ਅਕਾਊਂਟ 'ਚ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਔਰ ਇੱਦਾਂ ਤੁਸੀਂ ਜਿਹੜਾ ਕੁਛ ਕੈਸ਼ ਜਿਹੜਾ ਵਾ ਉਹ ਸਾਨੂੰ ਇਸ ਐਡਰੈਸ 'ਤੇ ਭੇਜ ਦਿਓ, ਕੋਰੀਅਰ ਕਰਵਾ ਕੇ ਜੀ। ਉਸ ਔਰਤ ਨੇ ਕੁਛ ਪੈਸੇ ਜਿਹੜੇ ਸੀਗੇ ਉਹਦੇ ਅਕਾਊਂਟ 'ਚ ਜਿਹੜਾ ਦੱਸਿਆ ਗਿਆ ਸੀ ਉਹਦੇ 'ਚ ਜਮ੍ਹਾਂ ਕਰਵਾ ਤੇ ਟ੍ਰਾਂਸਫਰ ਕਰਤੇ। ਬਾਕੀ ਜਿਹੜਾ ਉਹਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਕੋਰੀਅਰ ਕਰਵਾ ਕੇ ਭੇਜ ਦਿਓ ਸਾਨੂੰ, ਉਹਨੇ ਕੋਰੀਅਰ ਕਰਵਾ ਕੇ ਭੇਜਤਾ। ਪਰ ਹਿੰਮਤ ਰੱਖੀ, ਉਹਨੇ ਪੁਲਿਸ ਨੂੰ ਵੀ ਦੱਸਤਾ। ਪੁਲਿਸ ਉਸ ਦਿੱਤੇ ਹੋਏ ਐਡਰੈਸ ਦੇ ਉੱਤੇ ਪਹੁੰਚ ਗਈ ਜਿੱਥੇ ਕੋਰੀਅਰ ਡਿਲੀਵਰ ਹੋਣਾ ਸੀ ਜੀ। ਮੰਦਭਾਗੀ ਗੱਲ ਇਹ ਆ, ਕੋਰੀਅਰ ਡਿਲੀਵਰ ਹੋਇਆ ਇੱਕ ਪੰਜਾਬੀ ਮੁੰਡੇ ਨੂੰ ਜਿਹਦੀ ਉਮਰ ਸਿਰਫ 23 ਸਾਲ ਸੀ। ਦੋ ਉਹਦੇ ਨਾਲ ਹੋਰ ਉਹਦੀ ਨਿਸ਼ਾਨਦੇਹੀ ਤੇ ਦੋ ਹੋਰ ਮੁੰਡੇ ਫੜੇ ਗਏ। ਉਹਨਾਂ ਦੀ ਉਮਰ ਦੋਨਾਂ ਦੀ, ਇੱਕ ਦੀ 19 ਸਾਲ, ਇੱਕ ਦੀ 21 ਸਾਲ। 19, 21, 23 ਤਿੰਨ ਮੁੰਡੇ ਜਿਹੜੇ ਉਹ ਪੰਜਾਬੀ ਫੜੇ ਗਏ, ਜਿਹੜੇ ਇਸ ਫਰਾਡ ਨੂੰ ਅੰਜਾਮ ਦੇਣ ਵਿੱਚ ਲਈ ਪੱਬਾਂ ਭਾਰ ਹੋਏ ਪਏ ਸੀ। ਉਹ ਸਮਝਦੇ ਸੀਗੇ ਕਿ ਸ਼ਾਇਦ ਲੋਕਾਂ ਨੇ ਇਸ ਤਰੀਕੇ ਦੀਆਂ ਠੱਗੀਆਂ ਠੁੱਗੀਆਂ ਮਾਰ ਕੇ ਆਪਣੀ ਜ਼ਿੰਦਗੀ ਸੌਖੀ ਅਸੀਂ ਕਰ ਲਵਾਂਗੇ। ਪਰ ਇੱਦਾਂ ਦੀਆਂ ਠੱਗੀਆਂ ਵੱਜਦੀਆਂ ਪਈਆਂ, ਪਹਿਲਾਂ ਵੀ ਵੱਜੀਆਂ, ਹੁਣ ਵੀ ਵੱਜਦੀਆਂ ਪਈਆਂ ਠੱਗੀਆਂ, ਹੁਣ ਵੀ ਲੋਕਾਂ ਨਾਲ ਠੱਗੀਆਂ ਹੋ ਰਹੀਆਂ, ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਹਟਣੀਆਂ, ਕਿਉਂਕਿ ਲੋਕਾਂ ਨੂੰ ਡਰਾਇਆ ਧਮਕਾਇਆ ਇਸ ਤਰੀਕੇ ਨਾਲ ਜਾਂਦਾ। ਤੁਸੀਂ ਨੋਟ ਕੀਤਾ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਇਸ ਤਰੀਕੇ, ਸਾਡੇ ਪੰਜਾਬੀਆਂ ਦਾ ਤਾਂ ਇੱਕ ਹੈਗਾ, ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਿਸੇ ਰਿਸ਼ਤੇਦਾਰ ਨੂੰ, ਕਿਸੇ ਦੋਸਤ ਮਿੱਤਰ ਨੂੰ ਸਪੋਂਸਰ ਕੀਤਾ ਹੋਇਆ ਹੁੰਦਾ। ਠੀਕ ਹੈ ਜੀ, ਕਿਸੇ ਨੇ ਆਪਣੇ ਭੈਣ ਭਰਾ ਨੂੰ ਸਪੋਂਸਰ ਕੀਤਾ, ਕਿਸੇ ਨੇ ਆਪਣੇ ਭਤੀਜੇ ਭਤੀਜੀ ਨੂੰ ਕੀਤਾ ਹੈ, ਕਿਸੇ ਨੇ ਆਪਣੇ ਮਾਂ ਬਾਪ ਨੂੰ ਕੀਤਾ ਹੈ, ਕਿਸੇ ਦਾ ਹਸਬੈਂਡ ਵਾਈਫ ਦਾ ਹੈਗਾ, ਹਾਂਜੀ, ਇਸ ਤਰੀਕੇ ਨਾਲ ਕੀਤਾ ਹੁੰਦਾ।
ਉਹਨਾਂ ਨੂੰ ਉਸ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਕਹਿ ਕੇ ਫੋਨ ਆਉਂਦੇ। ਮੇਰੇ ਨਾਲ ਖੁਦ ਨਾਲ ਇਦਾਂ ਵਾਪਰੀ ਜੀ। ਮੈਂ ਜਦੋਂ RCMP ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਇਦਾਂ ਕਰਕੇ ਮੈਨੂੰ ਇੱਕ ਫੋਨ ਕਾਲ ਆਈ ਆ ਔਰ ਮੈਨੂੰ ਉਹਨਾਂ ਨੇ ਬੜਾ ਪਰੇਸ਼ਾਨ ਕੀਤਾ ਔਰ ਮੇਰੇ ਕੋਲੋਂ ਪੈਸੇ ਮੰਗ ਰਹੇ ਨੇ, ਉਹ ਕਹਿੰਦੇ ਇਹ ਸਕੈਮ ਹੈ, ਤੁਸੀਂ ਇਹਦੇ ਤੇ ਫਿਕਰ ਨਾ ਕਰੋ, ਭੁੱਲ ਜਾਓ। ਮੈਂ ਕਿਹਾ ਤੁਸੀਂ ਇਹਦੇ ਤੇ ਕੇਸ ਦਰਜ ਕਰੋ ਔਰ ਉਹ ਟਰੇਸ ਕਰੋ ਕਿ ਉਹ ਬੰਦੇ ਕੌਣ ਹੈਗੇ ਆ, ਤਾਂ ਕਿ ਉਹ ਫੜੇ ਜਾਣ, ਕਿਸੇ ਹੋਰ ਨਾਲ ਇਦਾਂ ਦਾ ਧੋਖਾ ਨਾ ਹੋਵੇ। ਉਹ ਟਰੇਸ ਨਹੀਂ ਹੁੰਦੇ ਬੰਦੇ। ਔਰ ਪਿੱਛੇ ਜੇ ਤੁਸੀਂ ਨੋਟਿਸ ਕੀਤੀ ਹੋਣੀ ਗੱਲ, 2-3 ਸਾਲ ਪਹਿਲਾਂ ਇੰਡੀਆ ਦੇ ਵਿੱਚੋਂ ਇੱਕ ਗਰੋਹ ਫੜਿਆ ਗਿਆ ਜਿਹੜਾ ਬਕਾਇਦਾ ਇੱਕ ਸਿਸਟਮ ਉਹਨਾਂ ਨੇ ਬਣਾਇਆ ਹੈ, ਇੱਕ ਜਗ੍ਹਾ ਤੇ ਬੈਠ ਕੇ ਉਹ ਲੋਕਾਂ ਨੂੰ ਕਾਲਾਂ ਕਰਦੇ। ਤੁਸੀਂ ਅੱਗੋਂ ਕਿਸੇ ਨੂੰ, ਉਹ ਤੁਹਾਨੂੰ ਪੁੱਛਦੇ ਆ ਜੀ ਕਿ ਤੁਸੀਂ ਕੌਣ ਬੋਲਦੇ ਹੋ, ਹਾਂਜੀ ਤੁਹਾਡੀ ਡੇਟ ਆਫ ਬਰਥ ਕੀ ਹੈ, ਐਡਰੈਸ ਕੀ ਹੈ, ਤੁਸੀਂ ਗਲਤ ਦੱਸਣ ਦੀ ਵੀ ਕੋਸ਼ਿਸ਼ ਕਰਦੇ ਹੋ ਨਾ ਜੀ, ਅਗਲੇ ਪਾਸਿਓਂ ਉਹ ਪੰਜਾਬੀ ਵਿੱਚ, ਹਿੰਦੀ ਵਿੱਚ ਜਾਂ ਉਰਦੂ ਵਿੱਚ ਫਿਰ ਗਾਲਾਂ ਕੱਢਣ ਲੱਗ ਜਾਂਦੇ। ਇਸ ਤਰੀਕੇ ਦੀ ਹਾਲਤ। ਔਰ ਇਹਦੇ ਸਾਰੇ ਸਕੈਮ ਦੇ ਵਿੱਚ ਪੰਜਾਬੀਆਂ ਦਾ ਜੁੜੇ ਹੋਣਾ ਜਿਹੜਾ ਉਹ ਮੰਦਭਾਗੀ ਗੱਲ ਹੈ, ਬੜੇ ਅਫਸੋਸ ਵਾਲੀ ਗੱਲ ਹੈ। ਜਿਹੜੇ ਲੋਕ ਰਾਤੋਂ ਰਾਤ ਇਸ ਤਰੀਕੇ ਨਾਲ ਅਮੀਰ ਹੋਣ ਦੀ ਕੋਸ਼ਿਸ਼ ਕਰਦੇ, ਰਾਤੋਂ ਰਾਤ ਲੋਕਾਂ ਕੋਲੋਂ ਪੈਸੇ ਦੀ ਠੱਗੀ ਮਾਰ ਕੇ ਕੋਈ ਆਪਣੀ ਜ਼ਿੰਦਗੀ ਸੌਖੀ ਕਰਨੀ ਚਾਹੁੰਦੇ ਆ, ਦੂਜਿਆਂ ਦੀ ਜਾਨ ਜੋਖਮ 'ਚ ਪਾਉਣੀ ਚਾਹੁੰਦੇ ਆ, ਉਹਨਾਂ ਦੇ ਦਿਨ ਬਹੁਤੇ ਲੰਬੇ ਤਾਂ ਨਹੀਂ ਹੁੰਦੇ, ਪਰ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਇਸ ਤਰੀਕੇ ਦੀਆਂ ਨਿੰਦਣਯੋਗ ਹੈ। ਜਿੱਥੇ ਇਹ ਗੱਲ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀਤੀ ਹੈ, ਮੈਨੂੰ ਲੱਗਦਾ ਕਿ ਇਹ ਤੋਂ ਸਾਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀਆਂ ਠੱਗੀਆਂ ਹੋਰਾਂ ਲੋਕਾਂ ਨਾਲ ਨਾ ਹੋਣ। ਅੱਜ ਪੰਜਾਬੀ ਮੁੰਡਿਆਂ ਨੇ ਠੱਗੀ ਮਾਰੀ ਹੈ, ਜਿਨ੍ਹਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਹੋਣਾ ਪੈਣਾ, ਉੱਥੇ ਉਹਨਾਂ ਨੂੰ ਕੀ ਸਜ਼ਾ ਮਿਲੂਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੂ, ਅਦਾਲਤ ਹੀ ਦੱਸੂਗੀ ਵੀ ਕੀ ਉਹਨਾਂ ਦੀ ਸਜ਼ਾ ਹੈਗੀ ਆ। ਜਿੱਥੇ ਪੰਜਾਬੀ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਰਾਂ ਘਟਨਾਵਾਂ ਵਿੱਚ ਵੀ, ਨਸ਼ੇ ਵਾਲੇ ਮਾਮਲੇ 'ਚ ਵੀ ਤੁਸੀਂ ਦੇਖਿਆ ਹੋਣਾ, ਇੱਕ ਲਿਸਟ ਜਾਰੀ ਹੋਈ ਸੀ, 23 ਵਿਅਕਤੀਆਂ ਦੀ ਲਿਸਟ ਜਾਰੀ ਹੋਈ ਹੈ। 23 ਵਿੱਚ ਸਭ ਤੋਂ ਪਹਿਲਾਂ ਲੜਕੀ ਦਾ ਨਾਮ ਤਾਂ ਪੰਜਾਬੀ, 23 ਵਿੱਚੋਂ ਬਹੁਤੇ ਜਿਹੜੇ ਉਹ ਪੰਜਾਬੀ। ਹੁਣ ਇਹ ਇੱਕ ਬਹੁਤ ਕਲੰਕ ਲੱਗਣ ਵਾਲੀ ਗੱਲ ਹੈ, ਜਿਸ ਤੋਂ ਬਚਣ ਦੀ ਲੋੜ ਹੈ। ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਉਹ ਸਾਡੇ ਭਾਈਚਾਰੇ ਦਾ ਸਿਰ ਨੀਵਾਂ ਕਰਦੀਆਂ। ਸਾਡੇ ਭਾਈਚਾਰੇ ਦੀ ਬੜੀ ਸ਼ਾਨ ਆ ਪੂਰੀ ਦੁਨੀਆ ਦੇ ਵਿੱਚ। ਪੂਰੀ ਦੁਨੀਆ ਦੇ ਵਿੱਚ ਅਸੀਂ ਇਸ ਗੱਲੋਂ ਜਾਣੇ ਜਾਂਦੇ ਕਿ ਅਸੀਂ ਬੜੇ ਪਰਉਪਕਾਰੀ ਲੋਕ ਹਾਂ, ਬੜੇ ਸਿਰ ਨਾਲ ਮਿਹਨਤ ਕਰਨ ਵਾਲੇ ਲੋਕ ਹਾਂ, ਹਾਰਡ ਵਰਕਰ ਹੈਗੇ ਹਾਂ, ਔਰ ਅਸੀਂ ਦੂਜਿਆਂ ਦੀ ਇੱਜ਼ਤ ਕਰਨਾ ਜਾਣਦੇ ਹਾਂ, ਦੂਜਿਆਂ ਦਾ ਭਲਾ ਕਰਨਾ ਜਾਣਦੇ ਹਾਂ। ਪਰ ਠੱਗੀਆਂ ਵੱਜਣ ਵਾਲੀਆਂ ਘਟਨਾਵਾਂ ਜਿਹੜੀਆਂ ਸ਼ੁਰੂ ਹੋ ਗਈਆਂ, ਜੋ ਡਰੱਗ ਵਾਲੇ ਮਾਮਲੇ 'ਤੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਇਹਦੇ ਨਾਲ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਅਗਲੀ ਖਬਰ ਤੇ ਆਪਾਂ ਸਾਂਝ ਪਾਉਂਦੇ ਹਾਂ ਕਿ ਇੱਕ ਪਾਰਕਾਂ ਦੇ ਆਪਾਂ ਨਾਂ ਤਾਂ ਸੁਣਦੇ ਹਾਂ ਕਿ ਗੋਲਡਨ ਪਾਰਕ, ਰੋਜ਼ ਗਾਰਡਨ, ਇੱਦਾਂ ਦੇ ਮਤਲਬ ਨਾਂ ਤਾਂ ਆਪਾਂ ਰੱਖੇ ਦੇਖਦੇ ਹਾਂ, ਪਰ ਇੱਕ ਕਿਹੜੇ ਦੇਸ਼ ਦੀ ਖਬਰ ਆ ਕਿ ਇੱਕ ਸਿੰਘ ਐਂਡ ਕੌਰ ਪਾਰਕ ਦਾ ਨਾਂ ਰੱਖਿਆ ਗਿਆ, ਉਹ ਸਾਡੇ ਦਰਸ਼ਕਾਂ ਨੂੰ ਦੱਸੋ, ਸਾਰੀ ਕਹਾਣੀ ਕੀ ਆ? ਦੇਖੋ, ਜਦੋਂ ਸਿਰਫ ਪਾਰਕ ਦੇ ਨਾਂ ਦੀ ਗੱਲ ਕਰਦੇ ਸਿੰਘ ਐਂਡ ਕੌਰ ਪਾਰਕ, ਤੇ ਤੁਹਾਨੂੰ ਲੱਗਦਾ ਹੈ ਵੀ ਇਹ ਬੜੀ ਵਧੀਆ ਗੱਲ ਹੈ, ਸਿੰਘ ਐਂਡ ਕੌਰ ਪਾਰਕ ਹੋਣਾ ਤੇ ਮਾਣ ਵਾਲੀ ਗੱਲ ਕਹੀ ਜਾ ਸਕਦੀ, ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਕਹੀ ਜਾ ਸਕਦੀ, ਪਰ ਇਹ ਬਹੁਤੀ ਮਾਣ ਵਾਲੀ ਗੱਲ ਨਹੀਂ ਹੈ। ਇਹ ਅਮਰੀਕਾ ਦੇ ਵਿੱਚ ਇੱਕ ਜਗ੍ਹਾ ਇੱਕ ਪਾਰਕ ਬਣਾਇਆ ਗਿਆ, 5-6 ਏਕੜ ਦੇ ਵਿੱਚ ਬਹੁਤ ਵੱਡਾ ਪਾਰਕ ਹੈ, ਉਹਦਾ ਨਾਂ ਰੱਖਿਆ ਗਿਆ ਸਿੰਘ ਐਂਡ ਕੌਰ। ਅਮਰੀਕਾ ਬੇਸ਼ੱਕ ਦੁਨੀਆ ਦਾ ਵੱਡਾ ਸਰਦਾਰ ਆਪਣੇ ਆਪ ਨੂੰ ਸਮਝਦਾ, ਪਰ ਬਹੁਤੀਆਂ ਘਟਨਾਵਾਂ ਉੱਥੇ ਇਸ ਤਰੀਕੇ ਦੀਆਂ ਵਾਪਰਦੀਆਂ ਜਿਹਦੇ ਨਾਲ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਦਾ ਸਿਰ ਝੁਕਾਉਣਾ ਪੈਂਦਾ ਪੂਰੇ ਸੰਸਾਰ ਵਿੱਚ, ਪੂਰੇ ਸਮਾਜ ਦੇ ਵਿੱਚ। ਇਹ ਸਿੰਘ ਐਂਡ ਕੌਰ 2 ਹਸਬੈਂਡ ਵਾਈਫ ਸੀਗੇ, ਜਿਹੜੇ ਨਸਲੀ ਜਿਹੜੀ ਹੈਗੀ ਵਿਤਕਰੇ ਦਾ ਸ਼ਿਕਾਰ ਹੋਏ। 2011 ਚ, ਅੱਜ ਤੋਂ 10 ਸਾਲ ਪਹਿਲਾਂ ਨਸਲੀ ਵਿਤਕਰੇ ਵਿੱਚ ਇਹਨਾਂ ਦੋਨਾਂ ਨੂੰ ਮਾਰਤਾ ਗਿਆ ਸੀ, ਗੋਲੀ ਮਾਰਤੀ ਗਈ ਸੀ। ਉਹਨਾਂ ਦੀ ਯਾਦ ਵਿੱਚ ਉੱਥੋਂ ਦੀ ਮਿਊਨਿਸਪੈਲਿਟੀ ਨੇ ਇੱਕ ਪਾਰਕ ਦਾ ਨਾਂ ਰੱਖਿਆ ਸਿੰਘ ਐਂਡ ਕੌਰ। ਉਹਦੇ ਪਿੱਛੇ ਭਾਵਨਾ ਕੀ ਹੈ? ਉਹਦੇ ਪਿੱਛੇ ਭਾਵਨਾ ਤੇ ਇਹ ਆ ਕਿ ਦੱਸਿਆ ਜਾਵੇ ਕਿ ਇਹ ਜਿਨ੍ਹਾਂ ਦੇ ਲਾਸਟ ਨੇਮ ਸਿੰਘ ਹੈ ਜਾਂ ਲਾਸਟ ਨੇਮ ਕੌਰ ਹੈ, ਉਹ ਇੱਕ ਸਮਾਜ ਦਾ ਮਹੱਤਵਪੂਰਨ ਸ਼ਾਨਾਮਤੀ ਅੰਗ ਹੈ, ਉਹਨਾਂ ਤੇ ਵੀ ਮਾਣ ਕੀਤਾ ਜਾ ਸਕਦਾ। ਉਹ ਵੀ ਇੱਕ ਇਨਸਾਨ ਹੈ ਜਿਨ੍ਹਾਂ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈਗਾ, ਔਰ ਜਿਨ੍ਹਾਂ ਦਾ ਇਤਿਹਾਸ ਇਹ ਵੀ ਹੈ ਕਿ ਇਹ ਲੋਕ ਸਮਾਜ ਦੀ ਦਸ਼ਾ ਹੀ ਬਦਲ ਦਿੰਦੇ ਆ, ਦਿਸ਼ਾ ਹੀ ਬਦਲ ਦਿੰਦੇ। ਇਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਪਾਰਕ ਹੈ। ਇਸ ਗੱਲੋਂ ਤਾਂ ਚੰਗੀ ਗੱਲ ਹੈ, ਪਰ ਕਿਉਂ ਬਣਾਇਆ ਗਿਆ
ਉਹ ਮੰਦਭਾਗੀ ਘਟਨਾ ਸੀ। ਜਦੋਂ ਸਿੰਘ ਐਂਡ ਕੌਰ ਪਾਰਕ ਦਾ ਨਾਂ ਆਊਗਾ ਤੇ ਉਸ ਨਸਲੀ ਵਿਤਕਰੇ ਵਾਲੀ ਘਟਨਾ ਦਾ ਜ਼ਿਕਰ ਵੀ ਹੋਊਗਾ ਜ਼ਰੂਰ, ਜਿਹੜਾ ਕਿ ਬੜਾ ਮੰਦਭਾਗਾ। ਉਹ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਅਮਰੀਕਾ ਦੇ ਵਿੱਚ ਇਹ ਅਕਸਰ ਹੁੰਦਾ ਰਹਿੰਦਾ, ਇਹ ਆਮ ਹੁੰਦਾ ਰਹਿੰਦਾ, ਤੇ ਜਿਹੜਾ ਨਹੀਂ ਹੋਣਾ ਚਾਹੀਦਾ ਅਫਸੋਸਨਾਕ ਹੈ। ਦੇਖੋ ਇਹ ਪੰਜਾਬੀ ਭਾਈਚਾਰੇ ਦੇ ਲਈ ਜਾਂ ਸਿੱਖ ਭਾਈਚਾਰੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਰਾਸ਼ਟਰੀ ਪੱਧਰ ਤੇ ਨਹੀਂ, ਇੰਟਰਨੈਸ਼ਨਲ ਲੈਵਲ ਤੇ ਵੀ, ਅੰਤਰਰਾਸ਼ਟਰੀ ਪੱਧਰ ਤੇ ਵੀ ਆਪਣਾ ਜਿਹੜਾ ਨਾਮ ਆ ਉਹ ਭਲਾ ਕਿਸੇ ਰੂਪ ਦੇ ਵਿੱਚ, ਕਿਉਂਕਿ ਦੇਖਿਆ ਜਾਵੇ ਕਿ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ ਸੀ, ਤੇ ਫਿਰ ਵੀ ਚਲੋ ਜਿਹੜਾ ਹੈਗਾ ਸਿੰਘ ਐਂਡ ਕੌਰ ਜਿਹੜਾ ਪਾਰਕ ਆ ਉਹ ਕਿਤੇ ਨਾ ਕਿਤੇ ਪੰਜਾਬੀਆਂ ਦੀ ਗੱਲ ਹੁੰਦੀ ਰਹੇਗੀ। ਬਿਲਕੁਲ। ਗੈਂਗਵਾਰ ਦੀ ਜੇ ਆਪਾਂ ਗੱਲ ਕਰਦੇ ਹਾਂ ਜੀ, ਗੈਂਗਵਾਰ ਤਾਂ ਹਰੇਕ ਦੇਸ਼ ਦੇ ਵਿੱਚ ਹੁੰਦਾ, ਚਾਹੇ ਤੁਸੀਂ ਆਪਾਂ ਆਪਣੇ ਇੰਡੀਆ ਦੀ ਗੱਲ ਕਰ ਲਈਏ, ਗ੍ਰਹਿ ਹੋਮ ਕੰਟਰੀ ਦੀ ਗੱਲ, ਪਿਛਲੀ ਕੰਟਰੀ ਦੀ ਗੱਲ ਕਰ ਲਈਏ ਜਿੱਥੋਂ ਆਪਾਂ ਆਏ ਹੋਏ ਹਾਂ, ਚਾਹੇ ਆਪਾਂ ਇਹਨਾਂ ਡਿਵੈਲਪ ਕੰਟਰੀਆਂ ਦੀ ਗੱਲ ਕਰ ਲਈਏ, ਇੱਥੇ ਵੀ ਦਿਨ ਬ ਦਿਨ ਆ ਜਿਹੜੇ ਉਹ ਘਟਨਾਵਾਂ ਜਿਹੜੀਆਂ ਇਹ ਦੇਖਣ ਨੂੰ ਮਿਲਦੀਆਂ ਆ। ਪਿਛਲੇ ਦਿਨੀ ਇੱਕ 6ਵੀਂ ਕਲਾਸ ਦੀ ਲੜਕੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਕੀ ਇਹ ਸਾਰੀ ਕਹਾਣੀ ਹੈ ਤੇ ਕਿਹੜੇ ਦੇਸ਼ ਦੀ ਕਹਾਣੀ ਹੈ ਜੀ? ਇਹ ਕਿੱਥੋਂ ਦਾ ਮਸਲਾ ਹੈ? ਸਾਰੀ ਖਬਰ ਕੀ ਹੈ? ਇੱਕੋ ਇੱਕ ਦੇਸ਼ ਹੈ ਜੀ ਜਿੱਥੇ ਹਥਿਆਰ ਰੱਖਣ ਤੇ ਕੋਈ ਪਾਬੰਦੀ ਨਹੀਂ ਜੀ, ਹਥਿਆਰ ਵੇਚਣ ਤੇ ਕੋਈ ਪਾਬੰਦੀ ਨਹੀਂ, ਹਥਿਆਰ ਦਾ ਕੋਈ ਲਾਇਸੈਂਸ ਨਹੀਂ ਹੈ। ਅਮਰੀਕਾ। ਅਮਰੀਕਾ ਸਭ ਤੋਂ ਵੱਡਾ ਮੈਨੂਫੈਕਚਰਰ ਹਥਿਆਰਾਂ ਦਾ, ਸਭ ਤੋਂ ਵੱਡੇ ਹਥਿਆਰ ਉੱਥੇ ਬਣਦੇ ਆ ਤੇ ਵੇਚੇ ਜਾਂਦੇ ਆ, ਤੇ ਸ਼ਰੇਆਮ ਜਿੱਦਾਂ ਦੀਵਾਲੀ ਤੇ ਪਟਾਕੇ ਨਹੀਂ ਵਿਕਦੇ ਹੁੰਦੇ, ਉੱਥੇ ਨਾਲ ਉਹ ਨਕਲੀ ਜਿਹੇ ਛੋਟੇ ਛੋਟੇ ਪਿਸਤੌਲ ਹੁੰਦੇ ਆ, ਹਾਂਜੀ, ਉਹ ਇਸ ਤਰੀਕੇ ਦੇ ਹੀ ਹਥਿਆਰ ਜਿਹੜੇ ਆ ਉਹ ਅਮਰੀਕਾ ਦੀਆਂ ਦੁਕਾਨਾਂ ਤੇ ਅਕਸਰ ਵੇਖਣ ਨੂੰ ਮਿਲਦੇ, ਵਿਕਦੇ। ਸਕੂਲਾਂ ਦੇ ਵਿੱਚ ਘਟਨਾਵਾਂ ਵਾਪਰਦੀਆਂ, ਪਹਿਲਾਂ ਵੀ ਵਾਪਰੀਆਂ, ਬੜੀਆਂ ਮੰਦਭਾਗੀਆਂ ਘਟਨਾਵਾਂ। ਟੀਚਰਾਂ ਨੂੰ ਵੀ ਮਾਰਤਾ ਗਿਆ, ਸਟੂਡੈਂਟਸ ਨੂੰ ਵੀ ਮਾਰਤਾ ਗਿਆ। ਇਹ 6ਵੀਂ ਜਮਾਤ ਦੀ ਬੱਚੀ ਜਿਹੜੀ ਕਿੰਨੇ ਸਾਲਾਂ ਦੀ ਹੋਏਗੀ ਜੀ? 11-12 ਸਾਲ। 11-12 ਸਾਲ ਦੀ ਬੱਚੀ ਹੈ ਜੀ। ਇਹਨੇ ਇੱਕ ਗਨ ਸਕੂਲ 'ਚ ਲੈ ਗਈ, ਇਹਨੇ ਸਕੂਲ ਵਿੱਚ ਆਪਦੀ ਕਲਾਸ 'ਚ ਅੰਨ੍ਹੇਵਾਹ ਗੋਲੀਆਂ ਚਲਾਤੀਆਂ, ਬਹੁਤ ਸਾਰੇ ਬੱਚੇ ਮਾਰਤੇ, ਬਹੁਤ ਸਾਰੇ ਜ਼ਖਮੀ ਕਰਤੇ। ਟੀਚਰ ਨਹੀਂ ਸੀ ਉੱਥੇ ਕਲਾਸ ਦੇ ਵਿੱਚ ਉਸ ਵੇਲੇ, ਇੱਦਾਂ ਦੀ ਘਟਨਾ ਵਾਪਰੀ। ਇਹ ਘਟਨਾਵਾਂ ਵਾਪਰਨ ਦੇ ਪਿੱਛੇ ਜਿਹੜੀ ਦੁਖਦਾਈ ਗੱਲ ਉਹ ਇਹੀ ਆ ਕਿ ਉੱਥੇ ਹਥਿਆਰਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ। ਹਥਿਆਰਾਂ ਦੀ ਖੁੱਲ੍ਹੇਆਮ ਵਿਕਰੀ ਹੁੰਦੀ ਆ, ਖੁੱਲ੍ਹੇਆਮ ਵਰਤੋਂ ਹੁੰਦੀ। ਹੁਣ ਤੁਸੀਂ ਦੇਖੋ, ਛੋਟੀ ਜਿਹੀ ਗੱਲ, ਜਦੋਂ ਕਰੋਨਾ ਦੀ ਇੰਟਰਨੈਸ਼ਨਲ ਲੈਵਲ ਤੇ ਇਹਦਾ ਪਸਾਰਾ ਸ਼ੁਰੂ ਹੋਇਆ ਤੇ ਅਮਰੀਕਾ ਪਹਿਲਾ ਕੰਟਰੀ ਸੀਗਾ ਜਿਹਦੇ ਰਾਸ਼ਟਰਪਤੀ ਨੇ, ਉਸ ਵੇਲੇ ਦੇ ਰਾਸ਼ਟਰਪਤੀ ਨੇ, ਟਰੰਪ ਨੇ ਇਹ ਗੱਲ ਕਹੀ ਸੀ ਕਿ ਇੰਨੇ ਮਿਲੀਅਨ ਲੋਕ ਮਾਰੇ ਜਾਣਗੇ, ਇਸ ਗ੍ਰਿਫਤ ਵਿੱਚ ਆ ਜਾਣਗੇ। ਹਾਲਾਂਕਿ ਲੱਗਦਾ ਨਹੀਂ ਸੀ ਕਿ ਇੱਕ ਰਾਸ਼ਟਰਪਤੀ ਆਪਦੇ ਦੇਸ਼ ਦੇ ਲੋਕਾਂ ਨੂੰ ਪਹਿਲਾਂ ਹੀ ਕਹੀ ਜਾਂਦਾ ਕਿ ਤੁਸੀਂ ਤਾਂ ਮਰ ਜਾਣਾ। ਉਹਨਾਂ ਦਾ ਇਲਾਜ ਕੀਤਾ ਜਾ ਸਕਦਾ, ਉਹਨਾਂ ਦਾ ਬਚਾਇਆ ਜਾ ਸਕਦਾ, ਕੋਈ ਵੈਕਸੀਨ ਦਾ ਇੰਤਜ਼ਾਮ ਕੀਤਾ ਜਾ ਸਕਦਾ। ਹੁਣ ਦੇ ਸਰਕਾਰ ਨੇ ਕਾਫੀ ਬਚਾਅ ਕਰ ਲਿਆ, ਅੱਧਿਓਂ ਵੱਧ ਆਬਾਦੀ ਨੂੰ ਵੈਕਸੀਨ ਦੇ ਦਿੱਤੀ ਹੈ। ਜੂਨ ਤੋਂ ਜੁਲਾਈ ਤੱਕ ਕਹਿੰਦੇ ਸਾਰਿਆਂ ਨੂੰ ਅਸੀਂ ਦੇ ਦੇਣੀ। ਪਰ ਉਸ ਰਾਸ਼ਟਰਪਤੀ ਨੇ ਇਸ ਤਰੀਕੇ ਦੀ ਅਨਾਊਂਸਮੈਂਟ ਜਦੋਂ ਕੀਤੀ ਸੀ, ਦੁਨੀਆ ਦਹਿਲ ਗਈ ਸੀ, ਡਰ ਗਈ ਸੀ, ਲੋਕਾਂ ਦੇ ਵਿੱਚ ਬਹੁਤ ਸਾਰਾ ਦਹਿਸ਼ਤ ਫੈਲ ਗਈ ਸੀ। ਜਦੋਂ ਉੱਥੇ ਕਰੋਨਾ ਦੀ ਮਹਾਮਾਰੀ ਸ਼ੁਰੂ ਹੋਈ ਤੇ ਬਹੁਤ ਸਾਰੇ ਲੋਕ ਸਟੋਰਾਂ ਵੱਲ ਨੂੰ ਭੱਜੇ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ, ਸਾਨੂੰ ਆਪਦਾ ਰਾਸ਼ਨ ਪਾਣੀ ਇਕੱਠਾ ਕਰ ਲੈਣਾ ਚਾਹੀਦਾ ਘਰਾਂ ਦੇ ਵਿੱਚ। ਰਾਸ਼ਨ ਵਾਲੀਆਂ ਦੁਕਾਨਾਂ ਤੇ ਕਹਿ ਲਓ, ਗਰੋਸਰੀ ਸਟੋਰਾਂ ਤੇ ਕਹਿ ਲਓ, ਉੱਥੇ ਲੋਕਾਂ ਦੀ ਭੀੜ ਸੀਗੀ ਤੇ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ, ਆਪਦੀ ਵਾਰੀ ਉਡੀਕ ਕਰ ਰਹੇ ਸੀ ਅਸੀਂ ਜਾ ਕੇ ਸਟੋਰ 'ਚੋਂ ਸਮਾਨ ਲੈਣਾ। ਉਹਦੇ ਨਾਲੋਂ ਲੰਬੀਆਂ ਲਾਈਨਾਂ ਜਿਹੜੀਆਂ ਸੀਗੀਆਂ ਹਥਿਆਰਾਂ ਦੀਆਂ ਦੁਕਾਨਾਂ ਤੇ ਸੀਗੀਆਂ। ਉਹ ਕਿਹੜੇ ਲੋਕ ਹਥਿਆਰ ਲੈ ਰਹੇ ਸੀ? ਦੋ ਤਰ੍ਹਾਂ ਦੇ ਲੋਕ ਹਥਿਆਰ ਖਰੀਦ ਰਹੇ ਸੀ। ਇੱਕ ਤਾਂ ਉਹ ਖਰੀਦ ਰਹੇ ਸੀ ਜਿਨ੍ਹਾਂ ਕੋਲ, ਜਿਹੜੇ ਸਰਮਾਏਦਾਰ ਆ, ਜਿਨ੍ਹਾਂ ਕੋਲ ਪੈਸੇ ਆ, ਜਿਹੜੇ ਸੋਚਦੇ ਕਿ ਸਾਡੇ ਕੋਲ ਸੋਰਸਸ ਹੈਗੇ ਆ, ਸਾਨੂੰ ਕੱਲ ਨੂੰ ਲੁੱਟਣ ਲੋਕ ਕੋਈ ਆ ਸਕਦੇ, ਭੁੱਖੇ ਲੋਕ ਜਿਹੜੇ ਲੁੱਟਣ ਹੀ ਆਉਣਗੇ, ਉਹ ਲੁੱਟਣ ਆ ਸਕਦੇ, ਆਪਦੇ ਰਾਖੀ ਵਾਸਤੇ ਉਹਨਾਂ ਨੇ ਹਥਿਆਰ ਖਰੀਦੇ। ਦੂਜੇ ਉਹ ਹਥਿਆਰ ਖਰੀਦਦੇ ਸੀਗੇ ਕਿ ਮੇਰੇ ਕੋਲ ਜੇ ਹਥਿਆਰ ਹੋਊਗਾ ਤੇ ਮੈਂ ਕਿਸੇ ਕੋਲ ਖੋਹ ਖਿੱਚ ਕਰ ਲੂੰਗਾ। ਇਹ ਇੱਕ ਦੇਸ਼ ਦਾ ਕਰੂਪ ਚਿਹਰਾ ਸਾਹਮਣੇ ਆਇਆ ਉਸ ਜ਼ਮਾਨੇ 'ਚ। ਇਹ ਅਸਲ ਵਿੱਚ ਸਿਰਫ ਉਦੋਂ ਹੀ ਇਹ ਚਿਹਰਾ ਸਾਹਮਣੇ ਨਹੀਂ ਆਇਆ, ਉਸ ਤੋਂ ਪਹਿਲਾਂ ਵੀ ਸੈਂਕੜੇ ਘਟਨਾਵਾਂ ਵਾਪਰੀਆਂ, ਉਸ ਤੋਂ ਬਾਅਦ ਵੀ ਵਾਪਰ ਰਹੀਆਂ। ਇਹ ਘਟਨਾ ਇੱਕ ਛੋਟੇ ਬੱਚੇ, 10-12 ਸਾਲਾਂ ਦੇ ਬੱਚੇ ਵੱਲੋਂ ਅੰਜਾਮ ਦੇਣੀ ਬਹੁਤ ਦੁਖਦਾਇਕ ਆ। ਉਹ ਕਿਹੋ ਜਿਹੇ ਮਾਹੌਲ ਵਿੱਚ ਬੱਚਾ ਰਹਿ ਰਿਹਾ ਹੋਊਗਾ, ਉਹਦੇ ਘਰ ਦਾ ਮਾਹੌਲ ਕੀ ਹੋਊਗਾ, ਉਹਦੇ ਸਕੂਲ ਦਾ ਮਾਹੌਲ ਕੀ ਹੋਊਗਾ, ਉਹ ਸੁਸਾਇਟੀ ਦਾ ਮਾਹੌਲ ਕੀ ਹੋਊਗਾ, ਜਿੱਥੇ 10-12 ਸਾਲਾਂ ਦੇ ਬੱਚੇ ਨੂੰ ਪਤਾ ਕਿ ਗਨ ਜਿਹੜੀ ਆ ਉਹ ਇਸ ਕੰਮ ਆਉਂਦੀ ਹੈ, ਚਲਾਉਣੀ ਕਿਵੇਂ। ਚਲੋ ਚਲਾਉਣ ਦਾ ਬਹੁਤਾ ਵੱਲ ਨਾ ਹੋਊਗਾ, ਪਰ ਇੱਕ ਵੱਲੋਂ ਇਹੋ ਜਿਹਾ ਮਾਹੌਲ ਜਿਹੜਾ ਉਹਨੂੰ ਉੱਥੇ ਵਾਤਾਵਰਨ ਮਿਲਿਆ ਹੋਊਗਾ, ਉਹ ਵਾਤਾਵਰਨ ਕਿੰਨਾ ਕੁ ਚੰਗਾ, ਉਹ ਸਮਾਜ ਦਾ ਚਿਹਰਾ ਕਿੰਨਾ ਕੁ ਵਧੀਆ, ਉਹ ਸਰਕਾਰ ਦਾ
ਜਿਹੜਾ ਚਿਹਰਾ ਵਾ ਕਿੰਨਾ ਕੁ ਵਧੀਆ ਜਿੱਥੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ। 6 ਸਾਲਾਂ ਦੀ 6ਵੀਂ ਜਮਾਤ 'ਚ ਪੜ੍ਹਦੀ 10-12 ਸਾਲਾਂ ਦੀ ਬੱਚੀ ਜਿਹੜੀ ਆ, ਜੇ ਉਹ ਆਪਦੇ ਸਹਿਪਾਠੀਆਂ ਦਾ ਕਤਲ ਕਰ ਦਿੰਦੀ ਆ, ਗੋਲੀ ਮਾਰ ਕੇ ਉਹਨਾਂ ਨੂੰ ਸਦਾ ਦੀ ਨੀਂਦ ਸਵਾ ਦਿੰਦੀ ਆ, ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਭਾਵੇਂ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਭਾਵੇਂ ਉਹਨੂੰ ਜੇਲ੍ਹ ਭੇਜਤਾ, ਪੁਲਿਸ ਕਸਟਡੀ 'ਚ ਹੈਗੀ ਆ ਇਸ ਵੇਲੇ, ਪਰ ਜਿਹੜੇ ਬੱਚੇ ਮਰ ਗਏ ਉਹ ਵਾਪਸ ਨਹੀਂ ਆਉਣੇ। ਕੀ ਅਮਰੀਕਨ, ਅੱਜ ਇੱਕ ਬਹੁਤ ਵੱਡਾ ਸਵਾਲ ਆ, ਕੀ ਅਮਰੀਕਨ ਹਥਿਆਰਾਂ ਤੇ ਪਾਬੰਦੀ ਲਾਉਣ ਵਾਸਤੇ ਮੌਜੂਦਾ ਸਰਕਾਰ ਨੂੰ ਕਹਿਣਗੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉੱਥੇ ਫਿਰ ਦੁਬਾਰਾ ਇਲੈਕਸ਼ਨ ਹੋਊਗੀ, ਭਾਵੇਂ ਕਿਸੇ ਸੂਬੇ ਵਿੱਚ ਹੋਵੇ ਤੇ ਭਾਵੇਂ ਅਮਰੀਕਾ ਦੇ ਕੰਟਰੀ ਲੈਵਲ ਤੇ ਹੋਵੇ, ਕੀ ਉਦੋਂ ਇਲੈਕਸ਼ਨ ਲੜਨ ਵਾਲੇ ਲੋਕ ਇਹ ਕਹਿਣਗੇ ਕਿ ਅਸੀਂ ਦੇਸ਼ ਵਿੱਚੋਂ ਹਥਿਆਰਾਂ ਦਾ ਇਸ ਤਰੀਕੇ ਦਾ ਪ੍ਰਚਲਨ ਜਿਹੜਾ ਬੰਦ ਕਰ ਦਿਆਂਗੇ, ਜਾਂ ਕੀ ਲੋਕ ਕਹਿਣਗੇ ਕਿ ਅਸੀਂ ਉਹਨੂੰ ਵੋਟ ਪਾਉਣੀ, ਉਸ ਪਾਰਟੀ ਨੂੰ ਜਿਹੜੀ ਹਥਿਆਰਾਂ 'ਤੇ ਪਾਬੰਦੀ ਲਾਵੇ? ਸ਼ਾਇਦ ਇੱਦਾਂ ਹੋਣਾ ਚਾਹੀਦਾ, ਪਰ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਹਥਿਆਰਾਂ ਦਾ ਹੀ ਉਹ ਕਾਰੋਬਾਰ ਹੈ। ਪੂਰੀ ਦੁਨੀਆ ਨੂੰ ਉਹਨਾਂ ਨੇ ਹਥਿਆਰਾਂ ਦੀ ਮੰਡੀ ਬਣਾ ਰਿਹਾ, ਔਰ ਹਥਿਆਰਾਂ ਦੀ ਵਿਕਰੀ ਵਾਸਤੇ ਪੂਰੀ ਦੁਨੀਆ ਨੂੰ ਆਪਦੇ ਕਾਬੂ 'ਚ ਕੀਤਾ ਹੋਇਆ। ਇਹ ਲੋਕਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਆ, ਜਿੱਥੇ ਜਿੱਥੇ ਵੀ ਗਲਤ ਕੰਮ ਹੋ ਰਿਹਾ ਤੇ ਇਕੱਠੇ ਹੋ ਕੇ ਜਿਵੇਂ ਕਮਿਊਨਿਟੀ ਵਾਈਜ਼ ਆਪਣੀ ਆਵਾਜ਼ ਆ, ਜਿਹੜੇ ਲੋਕਲ MLA ਨੂੰ, ਲੋਕਲ MP ਨੂੰ, ਜਾਂ ਲੋਕਲ ਕਿਸੇ ਪੋਲੀਟੀਸ਼ੀਅਨ ਨੂੰ ਦੱਸਣੇ ਚਾਹੀਦੇ ਆ ਕਿ ਸਾਡੀਆਂ ਆਹ ਪ੍ਰੋਬਲਮ ਆ, ਨਵੇਂ ਜਿਹੜੇ ਹੈਗੇ ਆ ਕਾਨੂੰਨ ਬਣਾਏ ਜਾਣ, ਜਾਂ ਨਵੀਆਂ ਕੋਈ ਪਲੈਨਿੰਗ ਕਰਨੀ ਚਾਹੀਦੀ। ਇਸੇ ਕਰਕੇ ਮੈਂ ਕਹਿ ਰਿਹਾ ਨਾ ਜੀ, ਕੀ ਆਉਣ ਵਾਲੀਆਂ ਇਲੈਕਸ਼ਨਸ ਜਿਹੜੀਆਂ ਵਾ ਉਹ ਇਹਨਾਂ ਮੁੱਦਿਆਂ ਤੇ ਲੜਨੀਆਂ ਚਾਹੀਦੀਆਂ। ਬਿਲਕੁਲ। ਪੋਲੀਟੀਕਲ ਪਾਰਟੀਆਂ ਜਿਹੜੀਆਂ ਵਾ ਉਹ ਕੀ ਮੁੱਦਾ ਚੱਕਣਗੀਆਂ, ਜਾਂ ਆਮ ਲੋਕ ਚੱਕਣਗੇ ਕਿ ਅਸੀਂ ਉਸ ਪੋਲੀਟੀਕਲ ਪਾਰਟੀ ਨੂੰ ਵੋਟਾਂ ਪਾਵਾਂਗੇ ਜਿਹੜੇ ਇਹ ਤੇ ਕੰਟਰੋਲ ਕਰੇ, ਪਰ ਇਦਾਂ ਹੋਣਾ ਨਹੀਂ। ਗੱਲ ਆਪਾਂ ਪੋਲੀਟੀਕਲੀ ਕਰ ਰਹੇ ਹਾਂ। ਇੱਕ ਪੋਲੀਟੀਸ਼ੀਅਨ ਆ ਜੀ ਆਪਣੇ ਵੀ ਪੰਜਾਬ ਦੇ ਵਿੱਚ ਬਹੁਤ ਚਰਚਿਤ ਚਿਹਰੇ ਨੇ ਦੋ, ਇੱਕ ਨਵਜੋਤ ਸਿੰਘ ਸਿੱਧੂ ਅਤੇ ਇੱਕ ਨਵਜੋਤ ਕੌਰ ਸਿੱਧੂ ਹੈ ਜੀ, ਹਸਬੈਂਡ ਵਾਈਫ ਆ, ਬੜੇ ਚਰਚਿਤ ਆ, ਨਵੇਂ ਰੋਜ਼ ਬਿਆਨ ਦਾਗਣ ਦੇ ਵਿੱਚ ਬੜੇ ਮਸ਼ਹੂਰ ਹੈ ਜੀ, ਪਾਰਟੀਆਂ ਬਦਲਣ ਦੇ ਵਿੱਚ ਵੀ ਬੜੇ ਮਸ਼ਹੂਰ ਹੈ ਜੀ ਦੋਨੇ ਜਣੇ। ਗੱਲ ਆਪਾਂ ਇਹ ਅੱਜ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਜਿਹੜੇ ਡਾਕਟਰ ਨਵਜੋਤ ਕੌਰ ਸਿੱਧੂ ਨੇ, ਉਹਨਾਂ ਨੇ ਤਾਂ ਆਪਦੇ ਜਿਹੜੇ ਸੰਦ ਸੀ ਉਹ ਚੱਕ ਲਏ ਜੀ ਡਾਕਟਰੀ ਵਾਲੇ, ਤੇ ਕੀ ਹੁਣ ਨਵਜੋਤ ਸਿੰਘ ਸਿੱਧੂ ਵੀ ਆਪਣਾ ਜਿਹੜਾ ਪਲਾਨ ਆ ਉਹ ਆਪਣੀ ਗੇਮ ਵੱਲ ਧਿਆਨ ਆ ਜਿਹੜਾ ਆਕਰਸ਼ਿਤ ਕਰਨਗੇ, ਜਾਂ ਉਹ ਬੱਲਾ ਚੱਕਣਗੇ, ਜਾਂ ਉਹ ਆਪਦਾ ਮੈਕ ਚੱਕਣਗੇ ਕਮੈਂਟਰੀ ਦੇ ਲਈ? ਕੀ ਮਤਲਬ ਸਾਰਾ ਮਸਲਾ ਕੀ ਹੈ? ਇਹ ਇਦਾਂ ਦੀ ਵੀ ਹੋ ਸਕਦੀ ਹੈ ਜਾਂ ਇਹ ਟਿਕੇ ਰਹਿਣਗੇ? ਤੁਹਾਡਾ ਕੀ ਵਿਚਾਰ ਹੈ? ਦੇਖੋ, ਨਵਜੋਤ ਕੌਰ ਸਿੱਧੂ ਡਾਕਟਰ ਹੈ ਪੇਸ਼ੇ ਵਜੋਂ, ਕਿੱਤੇ ਵਜੋਂ। ਨਵਜੋਤ ਸਿੱਧੂ ਜਿਹੜੇ ਉਹ ਪੇਸ਼ੇ ਵਜੋਂ ਦੋ ਪੇਸ਼ੇ ਸੀ ਉਹਨਾਂ ਦੇ, ਦੋ ਕਿੱਤੇ ਉਹਨਾਂ ਦੇ। ਇੱਕ ਤਾਂ ਕ੍ਰਿਕਟਰ ਸੀ, ਪਹਿਲਾਂ ਕ੍ਰਿਕਟ ਖੇਡਦੇ ਰਹੇ, ਫਿਰ ਕ੍ਰਿਕਟ ਦੀ ਕਮੈਂਟਰੀ ਕਰਦੇ ਰਹੇ। ਦੂਸਰਾ ਉਹਨਾਂ ਦਾ ਕਿੱਤਾ ਕਲਾਕਾਰੀ, ਹੱਸਣਾ ਤੇ ਹਸਾਉਣਾ। ਕਲਾਕਾਰ ਤਾਂ ਬਹੁਤ ਤਕੜੇ ਆ ਜੀ ਉਹ। ਠੀਕ ਹੈ ਜੀ। ਇਹ ਰਾਜਨੀਤੀ ਵਿੱਚ ਦੋਨੋਂ ਕਿਵੇਂ ਆ ਗਏ, ਇਹ ਸ਼ਾਇਦ ਸੋਚਣ ਵਿਚਾਰਨ ਵਾਲੀ ਗੱਲ ਹੈ, ਪਰ ਰਾਜਨੀਤੀ ਦੇ ਵਿੱਚ ਆ ਕੇ ਉਹਨਾਂ ਨੂੰ ਕੋਈ ਬਹੁਤ ਵੱਡਾ ਮਾਰਕੇ ਦਾ ਕੰਮ ਨਹੀਂ ਕੀਤਾ, ਸਿਵਾਏ ਢਿੱਡੜੀਆਂ, ਸਿਵਾਏ ਹਰ ਰੋਜ਼ ਨਵੀਂ ਗੱਲ ਕਰਕੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪਾਪੂਲਰ ਰੱਖਣ ਦੀ ਗੱਲ। ਸ਼ਾਇਦ ਉਹਨਾਂ ਨੇ ਸੋਚਿਆ ਕਿ ਰਾਜਨੀਤੀ ਇਹੀ ਹੈ। ਡਾਕਟਰ ਨਵਜੋਤ ਕੌਰ ਸਿੱਧੂ ਵੀ ਬਿਆਨ ਦਾਗਣ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਘੱਟ ਨੇ। ਨਵਜੋਤ ਸਿੰਘ ਸਿੱਧੂ ਦੀ ਗੱਲ ਪਹਿਲਾਂ ਕਰ ਲੈਂਦੇ, ਡਾਕਟਰ ਨਵਜੋਤ ਕੌਰ ਦੀ ਬਾਅਦ 'ਚ ਕਰਨੀ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਸ਼ੁਰੂ ਕੀਤਾ, ਹੁਣ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ, ਕੈਪਟਨ ਸਰਕਾਰ ਦੇ ਵਿੱਚ ਮੰਤਰੀ ਬਣ ਗਏ। ਬਿਆਨਬਾਜ਼ੀ ਦੇਣ ਵਿੱਚ ਅੱਗਾ ਪਿੱਛਾ ਨਹੀਂ ਵੇਖਣਾ, ਆਪਣੇ ਆਪ ਨੂੰ ਸੁਪਰ ਸਮਝਣਾ, ਸੁਪਰੀਮ ਸਮਝਣਾ, ਦੂਜੇ ਨੂੰ ਜਿਹੜਾ ਥੱਲੇ ਲਾ ਕੇ ਰੱਖਣਾ ਕਹਿ ਲਓ। ਇਸ ਤਰੀਕੇ ਦੀ ਉਹਨਾਂ ਦੀ ਪਾਲਿਸੀ ਹੈ, ਔਰ ਉਸੇ ਪਾਲਿਸੀ ਨਾਲ ਉਹਨਾਂ ਨੂੰ ਇੱਕ ਵਾਰੀ ਖਮਿਆਜ਼ਾ ਇਹ ਭੁਗਤਣਾ ਪਿਆ ਕਿ ਉਹਨਾਂ ਦਾ ਜਿਹੜਾ ਸੀਗਾ ਬਹੁਤ ਵੱਡਾ ਅਹੁਦਾ ਜਿਹੜਾ ਸੀ ਉਹ ਉਹਨਾਂ ਕੋਲੋਂ ਲੈ ਲਿਆ ਗਿਆ ਮੰਤਰੀ ਮੰਡਲ 'ਚੋਂ, ਤੇ ਫਿਰ ਅਹੁਦਾ ਬਦਲ ਦਿੱਤਾ ਗਿਆ, ਇੱਕ ਵਿਭਾਗ ਬਦਲਤਾ ਗਿਆ, ਜਿਹੜਾ ਉਹਨੇ ਸੋਚਿਆ ਕਿ ਮੇਰੀ ਅਣਖ ਦਾ ਸਵਾਲ ਹੈ, ਮੇਰੀ ਇੱਜ਼ਤ ਦਾ ਸਵਾਲ ਹੈ, ਮੇਰੀ ਸ਼ਾਨ ਦੇ ਖਿਲਾਫ ਹੈ ਕਿ ਜੇ ਮੈਂ ਛੋਟੇ ਵਿਭਾਗ ਦਾ ਕਿਸੇ ਦਾ ਮੰਤਰੀ ਬਣਾ। 2.5 ਸਾਲ ਹੋ ਗਏ, ਉਹਨਾਂ ਨੇ ਉਹ ਅਹੁਦਾ ਜਿਹੜਾ ਸੀਗਾ ਉਹ ਉੱਤੇ ਜੁਆਇਨ ਹੀ ਨਹੀਂ ਕੀਤਾ, ਉਸ ਕੁਰਸੀ ਤੇ ਬੈਠਣਾ ਮੁਨਾਸਿਬ ਹੀ ਨਹੀਂ ਸਮਝਿਆ। ਬੜੇ ਪੋਲੀਟੀਸ਼ੀਅਨਾਂ ਨੇ, ਕਾਂਗਰਸ ਦੇ ਵੱਡਿਆਂ ਲੀਡਰਾਂ ਨੇ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ। ਅਖੀਰ ਕੀ ਹੋ ਗਿਆ ਕਿ ਕੈਪਟਨ ਸਾਹਿਬ ਨੇ ਕਹਿ ਦਿੱਤਾ ਕਿ ਭਾਈ ਚੰਗਾ, ਤੂੰ ਨਹੀਂ ਮੇਰੀ ਗੱਲ ਮੰਨਦਾ ਜਾਂ ਮੇਰੇ ਵੱਲੋਂ ਕੀਤੀ ਗਈ ਅਪਰੋਚ ਨੂੰ ਤੈਨੂੰ ਚੰਗੀ ਨਹੀਂ ਲੱਗਦੀ, ਅਪਰੋਚ ਉਹ ਪਹਿਲ ਕਦਮੀ ਚੰਗੀ ਨਹੀਂ ਲੱਗਦੀ, ਫਿਰ ਤੇਰਾ ਰਾਹ ਹੋਰ ਹੈ ਤੇ ਮੇਰਾ ਰਾਹ ਹੋਰ ਹੈ।
ਅਜੇ ਉਹਨੇ ਕਿਹੜਾ ਰਾਹ ਅਪਣਾਉਣਾ ਉਹ ਉਹਨੇ ਪੱਤੇ ਨਹੀਂ ਖੋਲੇ। ਹਾਂ, ਟਵੀਟੋ ਟਵੀਟੀ ਹੁੰਦੇ ਰੋਜ਼ ਹੀ, ਹਰ ਰੋਜ਼ ਨਵਾਂ ਕੋਈ ਨਾ ਕੋਈ ਟਵੀਟ ਜਾਂ ਨਵਾਂ ਤੀਰ ਛੱਡਣ ਵਿੱਚ ਉਹ ਮਾਹਰ ਹੈ, ਮਾਸਟਰ ਹੈ। ਕੋਈ ਨਾ ਕੋਈ ਗੱਲ ਕਰਕੇ ਅਖਬਾਰ ਦੇ ਕਿਸੇ ਨਾ ਕਿਸੇ ਪੰਨੇ, ਕਦੀ ਪਹਿਲੇ ਪੰਨੇ ਤੇ ਕਦੀ ਅੰਦਰਲੇ ਕਿਸੇ ਪੰਨੇ ਵਿੱਚ ਆਪਣੀ ਖਬਰ, ਆਪਣੀ ਫੋਟੋ ਲਵਾ ਲੈਂਦੇ। ਪਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਐਲਾਨ ਕਰਤਾ ਕਿ ਮੈਂ ਤਾਂ ਜਿਹੜਾ ਆਪਣਾ ਕਿੱਤਾ ਹੈਗਾ ਡਾਕਟਰੀ ਦਾ, ਮੈਂ ਤਾਂ ਉਹਨੂੰ ਛੱਡ ਕੇ ਪਛਤਾ ਰਹੀ ਹਾਂ। ਮੈਨੂੰ ਸ਼ਾਇਦ ਸਿਆਸਤ ਵਿੱਚ ਨਹੀਂ ਸੀ ਆਉਣਾ ਚਾਹੀਦਾ, ਨੋਬਲ ਕਿੱਤਾ ਮੇਰਾ ਡਾਕਟਰੀ ਹੈ। ਤੇ ਅੱਜ ਕਿਉਂਕਿ ਕਰੋਨਾ ਨਾਲ ਸਾਰੀ ਮਾਰੋਮਾਰੀ ਹੋਈ ਪਈ ਆ, ਕਤਲ ਜਿਹੜੀ ਦੁਨੀਆ ਮਰ ਰਹੀ ਹੈ, ਤੇ ਮੈਨੂੰ ਲੋਕਾਂ ਦੀ ਸੇਵਾ ਜਿਹੜੀ ਆ ਉਹ ਗਲ ਵਿੱਚ ਸਟੈਥੋਸਕੋਪ ਪਾ ਕੇ ਉਹ ਜਿਹੜਾ ਚੈੱਕ ਕਰਦੇ ਹੁੰਦੇ ਆ, ਹਾਰਟ ਬੀਟ ਚੈੱਕ ਕਰਦੇ ਆ, ਜਾਂ ਇੱਦਾਂ ਬਲੱਡ ਪ੍ਰੈਸ਼ਰ ਵੇਲੇ ਵੀ ਲੋੜ ਪੈਂਦੀ ਹੈ ਚੈੱਕ ਕਰਨ ਵੇਲੇ, ਤੇ ਉਹ ਮੈਂ ਕਰਨਾ ਹੈਗਾ ਆਪਦਾ ਕਿੱਤਾ। ਮੈਂ ਆਪਦੇ ਕਿੱਤੇ ਚਲੇ ਜਾਣਾ। ਇੱਕ ਮਾੜਾ ਜਿਹਾ ਕੁਐਸਚਨ ਆ ਮੇਰਾ ਕਿ ਕੀ ਲੱਗਦਾ ਤੁਹਾਨੂੰ ਕਿ ਇਹ ਕਰੋਨਾ ਦੀ ਮਹਾਮਾਰੀ ਆ ਤਾਂ ਜਿਹੜਾ ਚਲੋ ਫਰ ਦਾ ਟਾਈਮ ਆ, ਨਹੀਂ ਕੀ ਲੱਗਦਾ ਕਿ ਤੁਹਾਨੂੰ ਵੀ ਇਹ ਇੱਕ ਤੀਰ ਹੀ ਛੱਡਿਆ ਵਾ ਕਿ ਵਾਕਿਆ ਹੀ ਹੁਣ ਲੰਬਾ ਸਮਾਂ ਇਹ ਡਾਕਟਰੀ ਕਰਨਗੇ, ਜਾਂ ਕਰੋਨਾ ਦੀ ਮਹਾਮਾਰੀ ਤੋਂ ਬਾਅਦ ਫੇਰ ਇਹ ਨਹੀਂ, ਮੈਨੂੰ ਲੱਗਦਾ ਹੈ ਕਿ ਇਹ ਬਹਾਨੇਬਾਜ਼ੀ ਹੈ। ਉਹਨਾਂ ਦੋਨਾਂ ਜੀਆਂ ਨੂੰ ਲੱਗਾ ਕਿ ਸਾਡੀ ਹੁਣ ਦਾਲ ਨਿਕਲਣੀ। ਠੀਕ ਹੈ ਜੀ, ਹੁਣ ਕਿਹੜੀ ਪਾਰਟੀ 'ਚ ਜਾਣਗੇ? ਬੀਜੇਪੀ 'ਚੋਂ ਉਹ ਆ ਗਏ ਵਾਪਸ, ਕਾਂਗਰਸ 'ਚ ਆ ਕੇ ਬੀਜੇਪੀ ਦੇ ਖਿਲਾਫ ਧੂਆਂਧਾਰ ਭਾਸ਼ਣ, ਅਕਾਲੀਆਂ ਦੇ ਖਿਲਾਫ ਧੂਆਂਧਾਰ ਭਾਸ਼ਣ, ਆਮ ਆਦਮੀ ਦੇ ਖਿਲਾਫ ਹਰ ਰੋਜ਼ ਕੋਈ ਨਾ ਕੋਈ ਸਿਆਸੀ ਤੀਰਅੰਦਾਜ਼ੀ, ਇਸ ਤਰੀਕੇ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਹੋਈਆਂ। ਤੇ ਉਹਨਾਂ ਨੂੰ ਇਹ ਵੀ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਤੋਂ ਬਿਨਾਂ ਕੋਈ ਹੋਰ, ਅਕਾਲੀਆਂ ਤੋਂ ਬਿਨਾਂ ਕੋਈ ਹੋਰ ਵੱਡੀ ਪਾਰਟੀ ਇੱਦਾਂ ਦੀ ਹੋ ਜੂਗੀ ਜਿਹਦਾ ਪੰਜਾਬ ਦੇ ਉੱਤੇ ਮੁਕੰਮਲ ਕਬਜ਼ਾ ਹੋ ਜਾਊਗਾ। ਮੈਨੂੰ ਖੁਦ ਨੂੰ ਵੀ ਨਹੀਂ ਲੱਗ ਰਿਹਾ। ਨਵਜੋਤ ਸਿੰਘ ਸਿੱਧੂ ਇਸ ਮਾਮਲੇ 'ਚ ਸਿਆਣਾ, ਦੂਰ ਅੰਦੇਸ਼ੀ ਵੀ ਨਾਲ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਕਈ ਵਾਰੀ ਉੱਕ ਜਾਂਦਾ ਤੇ ਉਹਦਾ ਨਿਸ਼ਾਨਾ, ਇਹ ਨਿਸ਼ਾਨੇ ਤੋਂ ਉੱਕਿਆ ਹੋਇਆ। ਲੋਕ ਹੁਣ ਸਵਾਲ ਕਰਦੇ ਆ ਕਿ ਕੀ ਉਹ ਕ੍ਰਿਕਟ ਦਾ ਬੱਲਾ ਚੁੱਕ ਲੂ? ਕ੍ਰਿਕਟ ਦਾ ਬੱਲਾ ਬੇਸ਼ੱਕ ਨਾ ਚੱਕੇ, ਬੇਸ਼ੱਕ ਜਾ ਕੇ ਕਿਸੇ ਟੀਵੀ ਚੈਨਲ ਦੇ ਉੱਤੇ ਪ੍ਰੋਗਰਾਮਾਂ ਵਿੱਚ ਜਾ ਕੇ ਕਮੇਡੀ ਸ਼ੋਅ 'ਚ ਹਿੱਸਾ ਨਾ ਲਵੇ, ਪਰ ਰਾਜਨੀਤੀ ਦੇ ਵਿੱਚ ਵੀ ਉਹ ਆਪਦਾ ਵਕਾਰ ਕੋਈ ਬਹੁਤਾ ਚੰਗਾ ਰੱਖ ਨਹੀਂ ਸਕਿਆ। ਠੀਕ ਹੈ, ਜੇ ਉਹਨੇ ਵਿਰੋਧ ਕਰਨਾ ਸੀ ਤੇ ਫਿਰ ਡਟ ਕੇ ਵਿਰੋਧ ਕਰਦਾ। ਜੇ ਉਹਨੇ ਕੋਈ ਨਵੀਂ ਪਾਰਟੀ ਬਣਾਉਣੀ ਸੀ, ਨਵੀਂ ਪਾਰਟੀ 'ਚ ਜਾਣਾ ਸੀ, ਤੇ ਬਹੁਤ ਦੇਰ ਪਹਿਲਾਂ ਚਲੇ ਜਾਣਾ ਚਾਹੀਦਾ ਸੀ। ਇਲੈਕਸ਼ਨ ਦੇ ਨੇੜੇ ਜੇ ਜਾ ਕੇ ਕਿਸੇ ਪਾਰਟੀ ਵਿੱਚ ਸ਼ਾਮਲ ਹੋਣਾ, ਜਾਂ ਕੋਈ ਨਵੀਂ ਪਾਰਟੀ ਖੜੀ ਕਰ ਲੈਣੀ, ਜਾਂ ਕੋਈ ਨਵੀਂ ਧਿਰ ਖੜੀ ਕਰ ਲੈਣੀ, ਕਈਆਂ ਨੇ ਪਹਿਲਾਂ ਕੀਤੀਆਂ, ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਨਵਜੋਤ ਸਿੱਧੂ ਨੂੰ ਵੀ ਇਹ ਜਿਹੜਾ ਖਮਿਆਜ਼ਾ ਭੁਗਤਣਾ ਪੈ ਸਕਦਾ। ਹਾਂ, ਉਹਦੀ ਵਾਈਫ ਨੇ ਜਿਹੜੇ ਆਪਣਾ ਕਿੱਤਾ ਜਿਹੜਾ ਡਾਕਟਰੀ ਵਾਲਾ ਵਾ ਉਹ ਦੁਬਾਰਾ ਅਪਣਾ ਲਿਆ, ਭਾਵੇਂ ਉਹ ਟੈਂਪਰੇਰੀ ਆ, ਭਾਵੇਂ ਉਹ ਬਹਾਨੇਬਾਜ਼ੀ ਹੈ ਕਿ ਰਾਜਨੀਤੀ ਵਿੱਚ ਪੈਰ ਨਹੀਂ ਲੱਗਾ, ਚਲੋ ਆਪਦਾ ਕਾਰੋਬਾਰ ਤਾਂ ਕਰੋ, ਉਹ ਚੰਗਾ ਕਿਹਾ ਜਾ ਸਕਦਾ। ਨਵਜੋਤ ਸਿੱਧੂ ਜਿਹੜਾ ਉਹ ਆਪਦੇ ਆਪ ਨਾਲ ਵੀ ਇਨਸਾਫ ਨਹੀਂ ਕਰ ਸਕਿਆ, ਪੰਜਾਬ ਦੇ ਲੋਕਾਂ ਨਾਲ ਵੀ ਇਨਸਾਫ ਨਹੀਂ ਕਰ ਸਕਿਆ। ਆਉਣ ਵਾਲੇ ਦਿਨਾਂ ਵਿੱਚ ਵੇਖਣ ਵਾਲੀ ਗੱਲ ਹੋਵੇਗੀ ਕਿ ਊਠ ਕਿਸ ਕਰਵਟ ਬੈਠਦਾ, ਇਹ ਦੋਨੇ ਸਿੱਧੂ ਜੋੜਾ ਇਹ ਕਿਹੜੇ ਪਾਸੇ ਨੂੰ ਜਾਂਦੇ ਦਿਖਾਈ ਦੇਣਗੇ। ਸਭ ਤੋਂ ਵੱਡੀ ਖਬਰ ਤੇ ਅਖੀਰ ਦੇ ਵਿੱਚ ਅਸੀਂ ਤੁਹਾਡੇ ਨਾਲ ਤਾਂ ਸਾਂਝੀ ਕਰਨ ਲੱਗੇ ਹਾਂ ਕਰੋਨਾ ਦੀ ਮਹਾਮਾਰੀ ਬਾਰੇ, ਕਿਉਂਕਿ ਖਬਰ ਵੱਡੀ ਆ, ਟਾਈਮ ਥੋੜਾ ਲੱਗ ਸਕਦਾ, ਤਾਂ ਅਸੀਂ ਲਾਸਟ ਤੇ ਇਸ ਕਰੋਨਾ ਮਹਾਮਾਰੀ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਕਰੋਨਾ ਮਹਾਮਾਰੀ ਦਾ ਸਾਰੇ ਪਾਸੇ ਪ੍ਰਕੋਪ ਆ, ਖਾਸ ਕਰਕੇ ਭਾਰਤ ਦੇ ਵਿੱਚ ਇਸ ਟਾਈਮ ਆ ਜਿਹੜਾ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਜੀ। ਸਰਕਾਰਾਂ ਫੇਲ ਹੋ ਚੁੱਕੀਆਂ, ਦਿਨ ਬ ਦਿਨ ਘਟਣ ਦੀ ਬਜਾਏ ਜਿਹੜੇ ਮਾਮਲੇ ਹੈਗੇ ਆ ਕਰੋਨਾ ਦੇ ਉਹ ਵੱਧਦੇ ਨਜ਼ਰ ਆ ਰਹੇ ਆ। ਕੀ ਤੁਹਾਡੀ ਰਾਏ ਆ, ਇਹ ਕਿੱਦਾਂ ਦਾ ਸਿਸਟਮ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕਾਬੂ ਪਾਇਆ ਜਾ ਸਕਦਾ? ਤੁਸੀਂ ਆਪਣੀ ਗੱਲ ਵਿੱਚ ਦੋ ਗੱਲਾਂ ਨੂੰ ਇੱਕੋ ਥਾਂ ਇਕੱਠਿਆਂ ਕੀਤਾ। ਸਿਸਟਮ ਫੇਲ ਹੋ ਗਿਆ, ਸਰਕਾਰਾਂ ਫੇਲ ਹੋ ਗਈਆਂ। ਪਹਿਲਾਂ ਤਾਂ ਆਪਾਂ ਇਹ ਤੇ ਗੱਲ ਕਰ ਲਈਏ, ਕੀ ਸਿਸਟਮ ਫੇਲ ਹੈ ਜਾਂ ਸਰਕਾਰ ਫੇਲ ਹੈ? ਮੈਨੂੰ ਇਹ ਇੱਕ ਸਵਾਲ ਬਹੁਤ ਵੱਡਾ ਕਿ ਕਰੋਨਾ ਮਹਾਮਾਰੀ ਨੇ ਜੋ ਭਾਰਤ ਦਾ ਹਸ਼ਰ ਕੀਤਾ, ਜੋ ਹਾਲ ਕੀਤਾ, ਜੋ ਹਾਲਾਤ ਉੱਥੇ ਬਣੇ ਹੋਏ ਆ, ਇਹਦੇ ਲਈ ਜ਼ਿੰਮੇਵਾਰ ਕੌਣ? ਸਿਸਟਮ ਜ਼ਿੰਮੇਵਾਰ ਆ ਜਾਂ ਸਰਕਾਰ ਜ਼ਿੰਮੇਵਾਰ? ਸਿਸਟਮ, ਸਰਕਾਰਾਂ ਬਣਾਉਂਦੀਆਂ ਸਿਸਟਮ ਨੂੰ ਕਿ ਜਾਂ ਡਾਇਰੈਕਸ਼ਨ ਦਿੰਦੀਆਂ ਸਿਸਟਮ ਨੂੰ ਕਿ ਸਿਸਟਮ ਨੇ ਇਸ ਢੰਗ ਨਾਲ ਕੰਮ ਕਰਨਾ। ਸਰਕਾਰਾਂ ਦੀ ਡਾਇਰੈਕਸ਼ਨ ਹੁੰਦੀ ਹੈ। ਜੇ ਸਰਕਾਰ ਦੀ ਬਦਨੀਅਤੀ ਹੋਵੇ ਤਾਂ ਸਿਸਟਮ ਵੀ ਨਹੀਂ ਚੱਲਦਾ। ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਤੇ ਕਮਿਟ ਕਰਨਾ ਚਾਹੁੰਦਾ
ਕਿ ਸਿਸਟਮ ਜਿਹੜਾ ਵਾ ਉਹ ਫਾਲਟੀ ਹੋਵੇ ਉਹਨੂੰ ਠੀਕ ਕੀਤਾ ਜਾ ਸਕਦਾ। ਜੇ ਸਰਕਾਰ ਫਾਲਟੀ ਹੋਵੇ ਤੇ ਉਹਨੂੰ ਠੀਕ ਕਰਨ ਵਾਸਤੇ 5 ਸਾਲ ਲੱਗਦੇ ਆ ਜੀ। ਬਿਲਕੁਲ। ਕਾਰਨ 5 ਸਾਲਾਂ ਬਾਅਦ ਇਹ ਵੋਟਾਂ ਪੈਣੀਆਂ। ਜੇ ਸਰਕਾਰ ਕੋਈ ਚੰਗਾ ਕੰਮ ਨਹੀਂ ਕਰਦੀ, ਲੋਕਾਂ ਨੂੰ ਲੱਗਦਾ ਕਿ ਸਰਕਾਰ ਚੰਗਾ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਨਹੀਂ ਚੱਲੀ, ਜਾਂ ਜੋ ਉਹਨਾਂ ਨੂੰ ਲੋਕਾਂ ਪ੍ਰਤੀ ਕੰਮ ਕਰਨੇ ਚਾਹੀਦੇ ਸੀ ਉਹ ਕੀਤੇ ਨਹੀਂ, ਤਾਂ 5 ਸਾਲਾਂ ਬਾਅਦ ਹੀ ਉਹਨੂੰ ਕਹਿ ਸਕਦੀ ਹੈ ਭਾਈ ਚੰਗਾ ਤੁਸੀਂ ਪਾਸੇ ਹੋ ਜਾਓ, ਅਸੀਂ ਦੂਜੀ ਪਾਰਟੀ ਦੇ ਲੋਕਾਂ ਨੂੰ ਲੈ ਆਉਣਾ। ਪਰ ਸਿਸਟਮ ਨੂੰ ਕਦੀ ਵੀ ਬਦਲਿਆ ਜਾ ਸਕਦਾ, ਕਦੀ ਵੀ ਬਦਲਿਆ ਜਾ ਸਕਦਾ। ਸਰਕਾਰ ਚਾਹੇ ਕਿ ਪਹਿਲਾ ਸਿਸਟਮ ਠੀਕ ਨਹੀਂ ਹੈ, ਨਵਾਂ ਲਾਗੂ ਹੋ ਜਾਊਗਾ, 2 ਮਿੰਟ ਦਾ ਕੰਮ ਹੈ। ਸਾਨੂੰ ਲੱਗਦਾ ਹੁੰਦਾ, ਦੇਖੋ ਮੰਨ ਲਓ ਫਾਰ ਐਗਜ਼ਾਮਪਲ ਕੋਈ ਪਾਣੀ ਦੀਆਂ ਪਾਈਪਾਂ ਜਾਂ ਸੀਵਰੇਜ ਦੀਆਂ ਪਾਈਪਾਂ ਹੈਗੀਆਂ, ਉਹ ਬਲੌਕ ਹੋ ਗਈਆਂ, ਚੱਲਦੀਆਂ ਨਹੀਂ, ਤੇ ਅਸੀਂ ਕੀ ਕਰਦੇ ਉਹਦਾ ਆਲਟਰਨੇਟਿਵ ਫਟਾਫਟ ਬਣਾ ਲੈਂਦੇ ਤਾਂ ਕਿ ਪ੍ਰੋਪਰ ਜਿਹੜਾ ਉਹ ਫਲੋ ਚੱਲਦਾ ਰਹੇ, ਪਾਣੀ ਦਾ ਫਲੋ ਚੱਲਦਾ ਰਹੇ, ਜਾਂ ਜਿਹੜਾ ਸੀਵਰ ਫਲੋ ਚੱਲਦਾ ਰਹੇ। ਜਾਂ ਹੋਰ ਮੰਨ ਲਓ ਇਲੈਕਟ੍ਰੀਸਿਟੀ ਹੈ, ਟੈਲੀਫੋਨ ਦੀਆਂ ਤਾਰਾਂ ਹੁੰਦੀਆਂ, ਤੇ ਉਹ ਟੈਲੀਫੋਨ ਤਾਰਾਂ ਉਲਝ ਗਈਆਂ ਜਾਂ ਖਰਾਬ ਹੋ ਗਈਆਂ ਤੇ ਤਾਰਾਂ ਨਵੀਆਂ ਪਾਤੀਆਂ ਜਾਂਦੀਆਂ, ਫਟਾਫਟ ਆਲਟਰਨੇਟਿਵ ਹੁੰਦਾ। ਪਰ ਸਰਕਾਰਾਂ ਤਾਂ ਨਹੀਂ ਨਾ ਫਟਾਫਟ ਬਦਲਦੀਆਂ, ਸਰਕਾਰਾਂ ਬਦਲਣ ਨੂੰ ਟਾਈਮ ਲੱਗਦਾ। ਇਸ ਕਰਕੇ ਇਹ ਹੈ ਕਿ ਸਿਸਟਮ ਫਾਲਟੀ ਹੈਗਾ, ਪਰ ਸਰਕਾਰਾਂ ਜ਼ਿੰਮੇਵਾਰ ਆ। ਇੱਕ ਗੱਲ ਤਾਂ ਪਹਿਲੀ ਇਹ ਕਰਨੀ ਬਣਦੀ ਹੈਗੀ। ਦੂਜੀ, ਜੋ ਉੱਥੇ ਹੋਇਆ ਉਹਦੇ ਲਈ ਸਿੱਧੀ ਸਰਕਾਰ ਦੀ ਜ਼ਿੰਮੇਵਾਰੀ ਅੰਕਣੀ ਕਹਿਣੀ ਬਣਦੀ ਆ। ਜੇ ਅਸੀਂ ਨਹੀਂ ਕਹਿੰਦੇ ਤੇ ਅਸੀਂ ਵੀ ਦੋਸ਼ੀ ਓਨੇ ਹੀ ਹੈਗੇ। ਹਾਂ, ਵੱਖਰੀ ਗੱਲ ਹੈ ਕਿ ਜਿਹੜੀ ਸਰਕਾਰ ਪੱਖੀ ਲੋਕ ਆ, ਖਾਸ ਕਰਕੇ ਮੋਦੀ ਦੇ ਸਿੱਧੇ ਭਗਤ ਆ, ਜਿਨ੍ਹਾਂ ਨੂੰ ਹੋਰ ਦਿਸਦਾ ਹੀ ਕੁਛ ਨਹੀਂ, ਜਿਨ੍ਹਾਂ ਨੂੰ ਲੱਗਦਾ ਹੀ ਨਹੀਂ। ਜੇ ਮੋਦੀ ਦੀ ਗੱਲ ਕਰੀਏ ਕਿ ਜੀ ਮੋਦੀ ਇਹ ਕੰਮ ਠੀਕ ਨਹੀਂ ਕਰ ਸਕਦਾ, ਉਹ ਕਹਿੰਦੇ ਪਹਿਲਿਆਂ ਨੇ ਕਿਹੜਾ ਠੀਕ ਕੀਤਾ ਸੀ। ਜੇ ਪਹਿਲਿਆਂ ਨੇ ਠੀਕ ਨਹੀਂ ਸੀ ਕੀਤਾ ਤੇ ਇਹਦਾ ਮਤਲਬ ਤੁਸੀਂ ਵੀ ਠੀਕ ਨਹੀਂ ਕਰਨਾ। ਤੁਸੀਂ ਦੂਜੇ ਨੂੰ ਗੁਨਾਹਗਾਰ ਕਹਿਣ ਦੇ ਲਈ ਤਾਂ ਹੀ ਹੱਕ ਰੱਖਦੇ ਹੋ ਜੇ ਤੁਸੀਂ ਆਪ ਉਹ ਕੰਮ ਨਹੀਂ ਕਰਦੇ। ਹੁਣ ਸਿਸਟਮ 'ਚ ਜੋ ਖਰਾਬੀ ਸੀਗੀ ਉਹ ਤਾਂ ਠੀਕ ਕੀ ਕਰਨੀ ਸੀ, ਸਗੋਂ ਨਵੀਆਂ ਖਰਾਬੀਆਂ ਪਾ ਦਿੱਤੀਆਂ ਗਈਆਂ। ਇੱਕ ਕਹਿਰ ਕਰੋਪੀ ਪੂਰੇ ਸੰਸਾਰ ਪੱਧਰ ਤੇ ਆ ਗਈ, ਜਿਹਦੇ ਵਿੱਚ ਜਿਨ੍ਹਾਂ ਸਰਕਾਰਾਂ ਨੇ ਬਹੁਤ ਚੰਗੇ ਕੰਮ ਕੀਤੇ ਉਹਨਾਂ ਦੀ ਸ਼ਲਾਘਾ ਵੀ ਹੋ ਰਹੀ। ਉਹਨਾਂ ਨੇ ਸਿਸਟਮ ਨੂੰ ਠੀਕ ਕੀਤਾ। ਅੱਜ ਸਾਡੇ ਦੇਸ਼ ਦਾ ਹਾਲ ਇਹ ਬਣਿਆ ਪਿਆ ਕਿ ਆਕਸੀਜਨ ਜਿਹੜੀ ਇੱਕ ਬੰਦੇ ਦੇ ਸਾਹ ਲੈਣ ਵਾਸਤੇ ਬਹੁਤ ਜ਼ਰੂਰੀ ਹੈਗੀ ਆ, ਉਹ ਵੀ ਜਿਹੜੀ ਆ ਉਹ ਵਿਦੇਸ਼ਾਂ ਤੋਂ ਮੰਗਵਾਉਣੀ ਪੈ ਰਹੀ। ਠੀਕ ਹੈ ਜੀ। ਵੈਕਸੀਨੇਸ਼ਨ ਤਾਂ ਚਲੋ ਉਹਦੇ ਬਾਰੇ ਵੀ ਗੱਲ ਕਰ ਲੈਣੀ ਚਾਹੀਦੀ ਹੈ ਕਿ ਸਰਕਾਰਾਂ ਦਾ ਸਿਸਟਮ ਦੇ ਪ੍ਰਤੀ ਕਿੰਨਾ ਕੁ ਨਜ਼ਰੀਆ ਦਰੁਸਤ ਹੈ ਕਿ ਉਹ ਬਾਬਾ ਰਾਮਦੇਵ ਨੇ ਇੱਕ ਦਵਾਈ ਕਹਿਤਾ ਜੀ ਮੈਂ ਤਾਂ ਵੈਕਸੀਨੇਸ਼ਨ ਦਵਾਈ ਬਣਾਤੀ ਕਰੋਨਾ ਦੀ, ਇਹ ਦਵਾਈ ਜਿਹੜੀ ਖਾਓ ਤੁਸੀਂ 4 ਗੋਲੀਆਂ ਖਾਣੀਆਂ, ਕਰੋਨਾ ਤੁਹਾਡੇ ਨੇੜੇ ਨਹੀਂ ਆਊਗਾ। ਬਾਅਦ 'ਚ ਪਤਾ ਲੱਗਾ ਕਿ ਇਹ ਦਵਾਈ ਨੂੰ ਬਣਾਉਣ ਲਈ ਤਾਂ ਕੋਈ ਮਨਜ਼ੂਰੀ ਨਹੀਂ ਲਈ ਗਈ। ਬਾਬਾ ਵੀ ਮੁੱਕਰ ਗਿਆ, ਨਹੀਂ ਮੈਂ ਦਵਾਈ ਤਾਂ ਬਣਾਈ ਨਹੀਂ ਸੀ, ਮੈਂ ਤਾਂ ਇਮਿਊਨਿਟੀ ਜਿਹੜੀ ਤਾਕਤ ਵਧਾਉਣ ਵਾਲੀ ਦਵਾਈ ਸੀ, ਇਮਿਊਨਿਟੀ ਸਟਰੋਂਗ ਕਰਨ ਵਾਲੀ ਦਵਾਈ ਬਣਾਈ ਸੀਗੀ। ਉਸ ਤੋਂ ਬਾਅਦ ਫਿਰ ਉਹ ਦਵਾਈ ਦੀ ਗੱਲ ਦੁਬਾਰਾ ਆ ਗਈ 4-6 ਮਹੀਨੇ ਬਾਅਦ ਹੀ। ਫਿਰ ਸਰਕਾਰ ਦੇ ਮੰਤਰੀ ਖੁਦ, ਹੈਲਥ ਮਿਨਿਸਟਰ ਜਿਹੜਾ ਜ਼ਿੰਮੇਵਾਰ ਹੈਗਾ, ਉਹ ਖੁਦ ਉਹਦੀ ਦਵਾਈ ਨੂੰ ਲਾਂਚ ਕਰਨ ਵਾਸਤੇ ਇੱਕ ਫੰਕਸ਼ਨ ਦੇ ਵਿੱਚ ਜਾਂਦਾ। ਇੱਕ ਮੰਤਰੀ ਆਪਦੇ ਨਾਲ ਹੋਰ ਨਿਤਨ ਗਡਕਰੀ ਨੂੰ ਨਾਲ ਲੈ ਜਾਂਦਾ। ਤੇ ਇਸ ਤਰੀਕੇ ਦਾ ਇਹ ਕੌਣ ਜ਼ਿੰਮੇਵਾਰ ਹੈ? ਸਰਕਾਰ ਜ਼ਿੰਮੇਵਾਰ ਹੈ ਨਾ ਜੀ, ਸਿਸਟਮ ਦਾ ਜ਼ਿੰਮੇਵਾਰ ਨਹੀਂ ਨਾ ਹੈਗਾ। ਹੁਣ ਸਿਸਟਮ ਦੀ ਜ਼ਿੰਮੇਵਾਰੀ ਹੁੰਦੀ ਤੇ ਉਹ ਸੀਗਾ ਵੀ ਇੱਕ ਪਲਾਂਟ ਮੰਨ ਲਓ ਲੱਗਾ ਹੋਇਆ, ਪਲਾਂਟ 'ਚ ਪ੍ਰੋਬਲਮ ਆ ਗਈ, ਉਹਨੂੰ ਠੀਕ ਕਰ ਲਓ, ਪਰ ਪਲਾਂਟ ਲੱਗਾ ਹੀ ਨਹੀਂ। ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਨਾ ਜੀ। ਆਕਸੀਜਨ ਜਿਹੜੀ ਲੋੜ ਹੈ ਸਾਹ ਲੈਣ ਵਾਸਤੇ, ਉਹ ਪ੍ਰੋਡਕਸ਼ਨ ਹੀ ਨਹੀਂ ਹੋ ਰਹੀ, ਜਾਂ ਇਹ ਸੋਚਿਆ ਹੀ ਨਹੀਂ ਜਾ ਰਿਹਾ ਕਿ ਇਹਦੀ ਲੋੜ ਇਸ ਪੱਧਰ ਤੇ ਪੈ ਸਕਦੀ ਹੈ। ਪਿਛਲੇ ਸਾਲ ਮਾਰਚ ਵਿੱਚ ਕਰੋਨਾ ਦਾ ਰੌਲਾ ਪਿਆ ਜੀ, ਫਰਵਰੀ ਐਂਡ ਜਾਂ ਮਾਰਚ 'ਚ ਰੌਲਾ ਪਿਆ, ਉਂਝ ਤਾਂ ਵੈਸੇ ਦਸੰਬਰ 'ਚ ਹੀ ਪੈ ਗਿਆ ਸੀਗਾ, ਤਾਂਹੀਓ ਤਾਂ COVID-19 ਕਿਹਾ ਜਾਂਦਾ। ਜੇ ਉਦੋਂ ਦੇ ਹਾਲਾਤ ਉਹਨਾਂ ਦੀਆਂ ਵਿਗਿਆਨੀਆਂ ਦੀਆਂ, ਡਾਕਟਰਾਂ ਦੀਆਂ ਗਾਈਡਲਾਈਨਸ ਨੂੰ ਧਿਆਨ ਨਾਲ ਸੁਣਿਆ ਜਾਂਦਾ, ਸਮਝਿਆ ਜਾਂਦਾ, ਤੇ ਸ਼ਾਇਦ ਅੱਜ ਵਾਲੀ ਹਾਲਤ ਨਾ ਬਣਦੀ। ਉਦੋਂ ਤਾਂ ਜ਼ੋਰ ਲਾ ਦਿੱਤਾ ਵੀ ਥਾਲੀਆਂ ਖੜਕਾਓ, ਦੀਵੇ ਜਗਾਓ, ਟਾਰਚਾਂ ਜਗਾਓ, ਢੋਲ ਢਮੱਕਾ ਕਰੋ, ਇਸ ਤਰੀਕੇ ਨਾਲ। ਜਾਂ ਫਿਰ ਕੀ ਹੈ, ਕਿਸੇ ਦਵਾਈ ਖਾਣ ਦੀ ਲੋੜ ਨਹੀਂ, ਕਿਤੇ ਹਸਪੀਟਲ ਜਾਣ ਦੀ ਲੋੜ ਨਹੀਂ, ਗੋਮੂਤਰ ਵੀ ਜਿਹੜਾ ਉਹਦਾ ਸੇਵਨ ਕਰ ਲਓ, ਗੋਬਰ ਦਾ ਸੇਵਨ ਕਰ ਲਓ, ਹਾਂਜੀ, ਇਸ ਤਰੀਕੇ ਨਾਲ ਪਿੰਡੇ ਤੇ ਮਲ ਲਓ। ਇਸ ਤਰੀਕੇ ਦੀ ਜਿਹੜੀ ਅਪਰੋਚ ਸੀ ਉਹਨੇ ਬੜਾ ਨੁਕਸਾਨ ਕੀਤਾ। ਸਰਕਾਰੀ ਪੱਧਰ ਤੇ ਕੀ ਹੋਇਆ, ਅਚਨਚੇਤੀ ਲਾਕਡਾਊਨ ਲਾਤਾ, ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਲੋਕਾਂ ਦਾ ਬਣੇਗਾ ਕੀ। ਹਜ਼ਾਰਾਂ ਕਿਲੋਮੀਟਰ ਲੋਕ ਪੈਦਲ ਚੱਲ ਕੇ ਜਾਨ ਬਚਾਉਣ ਦੀ ਖਾਤਰ ਆਪਦੇ ਘਰਾਂ ਨੂੰ ਚਲੇ ਗਏ। ਉਹਨਾਂ ਦੇ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ, ਉਹਨਾਂ ਦੀ ਟਰਾਂਸਪੋਰਟੇਸ਼ਨ ਦਾ ਕੋਈ ਪ੍ਰਬੰਧ ਨਹੀਂ।
ਜੇ ਤੁਸੀਂ ਦੇਖੋ ਉਹਦੇ ਮੁਕਾਬਲੇ 'ਚ ਕੈਨੇਡਾ ਦੀ ਗੱਲ ਅਸੀਂ ਕਰਦੇ, ਕੈਨੇਡਾ 'ਚ ਵੀ ਲਾਕਡਾਊਨ ਲੱਗਾ ਸੀਗਾ, ਪਰ ਸਰਕਾਰ ਨੇ ਲੋਕਾਂ ਦੇ ਘਰਾਂ 'ਚ ਪੈਸੇ ਉਹਨਾਂ ਦੇ ਖਾਤਿਆਂ 'ਚ ਪਾ ਦਿੱਤੇ ਕਿ ਆਪਦੇ ਘਰੇ ਰਹੋ, ਗਰੋਸਰੀ ਇੱਕ ਬੰਦਾ ਘਰ ਦਾ ਜੀ ਲਾ ਕੇ ਲੈ ਆ ਤੁਹਾਨੂੰ ਪੈਸੇ ਦਿੱਤੇ, ਜੇ ਕੰਮ ਨਹੀਂ ਮਿਲਦਾ ਬੇਫਿਕਰ ਰਹੋ। ਉੱਥੇ ਕੰਮ ਮਿਲਿਆ ਵੀ ਨਹੀਂ ਔਰ ਕਿਸੇ ਲੋਕਾਂ ਨੂੰ ਕੋਈ ਇਹੋ ਜਿਹੀ ਰਾਹਤ ਵੀ ਨਹੀਂ ਮਿਲੀ। ਅੱਜ ਉਸ ਦੇਸ਼ ਦੀ ਹਾਲਤ ਜਿਹੜੀ ਵਿਗੜੀ ਹੋਈ ਆ, ਉਹਦੇ ਲਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਆ ਉਸ ਸਰਕਾਰ ਦੀ ਆ, ਫੈਡਰਲ ਗੌਰਮੈਂਟ ਦੀ, ਸੈਂਟਰ ਗੌਰਮੈਂਟ ਦੀ ਤਾਂ ਹੈ ਹੀ ਹੈ, ਨਾਲ ਰਾਜਾਂ ਦੀਆਂ ਸਰਕਾਰਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹਿੱਸੇਦਾਰੀ ਉਹਨਾਂ ਦਾ ਬਣਦਾ ਹਿੱਸਾ ਹੈਗਾ, ਉਹਨਾਂ ਦੀ ਲਾਪਰਵਾਹੀ ਵੀ ਹੈਗੀ ਆ। ਅਸਲ ਵਿੱਚ ਕੁੱਲ ਮਿਲਾ ਕੇ ਉਹ ਸਿਸਟਮ ਨੂੰ ਫਾਲਟੀ, ਉਹ ਸਿਸਟਮ ਨੂੰ ਖਰਾਬ ਕਰਨ ਵਿੱਚ ਸਰਕਾਰਾਂ ਦਾ ਯੋਗਦਾਨ ਹੈਗਾ, ਸਰਕਾਰਾਂ ਦੇ ਮੁਖੀਆਂ ਦਾ ਯੋਗਦਾਨ ਹੈਗਾ। ਲੋਕ ਜਿਹੜੇ ਆ ਉਹ ਤਰ੍ਹਾਂ ਕਰ ਰਹੇ ਆ, ਮਰ ਰਹੇ ਆ, ਆਕਸੀਜਨ ਨਹੀਂ ਮਿਲ ਰਹੀ, ਵੈਕਸੀਨ ਨਹੀਂ ਮਿਲ ਰਹੀ, ਲਾਕਡਾਊਨ ਲਾਉਣ ਦੀਆਂ ਫਿਰ ਗੱਲਾਂ, ਕਰਫਿਊ ਕਦੀ ਰਾਤ ਦਾ ਲਾਤਾ, ਕਦੀ ਦਿਨ ਦਾ ਲਾਤਾ, ਕਦੀ ਦੁਕਾਨਾਂ ਸਵੇਰੇ ਬੰਦ, ਕਦੀ ਸ਼ਾਮ ਨੂੰ ਬੰਦ, ਕਦੀ ਵੀਕਐਂਡ ਲਾਕਡਾਊਨ। ਇਸ ਤਰੀਕੇ ਦੀ ਹਾਲਾਤ ਜਿਹੜੇ ਬਣੇ ਆ, ਇਹ ਸਾਰੇ ਕੁਝ ਲਈ ਜ਼ਿੰਮੇਵਾਰ ਜਿਹੜੀ ਆ ਮੇਰੇ ਮੁਤਾਬਕ ਸਰਕਾਰ ਹੈ, ਔਰ ਸਰਕਾਰ ਨੂੰ ਚਲਾਉਣ ਵਾਲੇ ਖਾਸ ਕਰਕੇ ਦੋ ਬੰਦੇ, ਮੋਦੀ ਤੇ ਉਹਨਾਂ ਦੇ ਨਾਲ ਅਮਿਤ ਸ਼ਾਹ। ਇਹ ਬੇਸਿਕਲੀ ਇਹ ਦੋਨੋਂ ਜ਼ਿੰਮੇਵਾਰ ਆ ਜਿਨ੍ਹਾਂ ਨੂੰ ਸਾਡੇ ਦੇਸ਼ ਦੇ ਲੋਕ, ਆਮ ਵੋਟਰ ਕਦੀ ਵੀ ਜਿਹੜੇ ਆ ਮਾਫ ਨਹੀਂ ਕਰਨਗੇ, ਕਦੀ ਵੀ। ਉਹ ਇਹ ਤੁਸੀਂ ਦੇਖੋ ਹਾਲਾਤ ਕੀ ਹੈ, ਸਿਸਟਮ ਦੀ ਗੱਲ ਕਰੀਏ ਜਾਂ ਸਰਕਾਰ ਦੀ ਗੱਲ ਕਰੀਏ, ਸਰਕਾਰ ਨੇ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਯੂਪੀ ਦੀ ਗੱਲ ਆਪਾਂ ਕਰਦੇ ਹਾਂ, ਧੜਾਧੜ ਲੋਕ ਮਰ ਰਹੇ, ਉਹਨਾਂ ਨੂੰ ਮਰਨ ਤੋਂ ਬਚਾਉਣ ਦੇ ਲਈ ਕੋਈ ਪ੍ਰਬੰਧ ਨਹੀਂ। ਸਰਕਾਰ ਦਾ ਮੁਖੀ ਕੀ ਕਹਿੰਦਾ, ਯੋਗੀ, ਜਿਹੜਾ ਭਗਵੇ ਕੱਪੜੇ ਪਾ ਕੇ ਸਮਝਦਾ ਕਿ ਮੈਂ ਇੱਕ ਯੋਗ ਕਰ ਲਿਆ ਹੈਗਾ, ਮੈਨੂੰ ਦੀਨ ਦੁਨੀਆ ਨਾਲ ਕੋਈ ਮਤਲਬ ਨਹੀਂ, ਪਰ ਕੁਰਸੀ ਦੀ ਮੁੱਖ ਮੰਤਰੀ ਬੜੀ ਛੱਡਣ ਨੂੰ ਤਿਆਰ ਨਹੀਂ। ਉਹ ਕਹਿੰਦਾ ਜੀ ਜੇ ਕੋਈ ਕਰੋਨਾ ਨਾਲ ਮਰ ਜਾਊਗਾ ਤੇ ਅਸੀਂ ਸੰਸਕਾਰ ਮੁਫਤ ਕਰਾਂਗੇ। ਕਿੱਡੀ ਸ਼ਰਮਨਾਕ ਗੱਲ, ਨੌਨਸੈਂਸ ਗੱਲ, ਨੌਨਸੈਂਸ ਵਿਚਾਰ ਦੇ ਰਹੇ ਕੁਰਸੀਆਂ, ਮਤਲਬ ਲੋਕਾਂ ਨੂੰ ਮਰਨ ਤੋਂ ਬਚਾਉਣ ਦੇ ਲਈ ਕੋਈ ਪ੍ਰਬੰਧ ਨਹੀਂ ਕਰਨਾ। ਕੀ ਯੋਗੀ ਦੱਸ ਸਕਦਾ ਕਿ ਮੈਂ, ਯੋਗੀ ਆਦਿੱਤਿਆਨਾਥ, ਕਿ ਮੈਂ ਲੋਕਾਂ ਨੂੰ ਮਰਨ ਨਹੀਂ ਦਊਂਗਾ? ਕਹਿਣਾ ਤੁਹਾਨੂੰ ਇਹ ਚਾਹੀਦਾ ਸੀਗਾ ਕਿ ਮੈਂ ਲੋਕਾਂ ਨੂੰ ਮਰਨ ਨਹੀਂ ਦਊਂਗਾ, ਪਰ ਉਹ ਕਹਿੰਦਾ ਜੇ ਮਰ ਜਾਓਗੇ ਕੋਈ ਗੱਲ ਨਹੀਂ, ਸੰਸਕਾਰ ਤੁਹਾਡਾ ਫ੍ਰੀ ਕਰ ਦਾਂਗੇ। ਇਹ ਹਾਲਤ ਹੈ, ਇਹੋ ਜਿਹੇ ਹਾਲਤ ਬਣਦੇ ਜਾਂਦੇ ਆ ਸਾਡੇ ਦੇਸ਼ ਦੇ। ਉਸੇ ਸੂਬੇ ਦੇ 6 MLA ਮਰ ਗਏ, ਜਿਨ੍ਹਾਂ ਚ 4 ਉਹਦੀ ਆਪਦੀ ਪਾਰਟੀ ਦੇ ਮਰ ਗਏ, ਬੀਜੇਪੀ ਦੇ। ਉਹਨਾਂ ਨੂੰ ਬਚਾਉਣ ਦੇ ਲਈ ਕੋਈ ਯਤਨ ਨਹੀਂ। ਜੇ ਕੋਈ ਮਰ ਗਿਆ, ਹਜ਼ਾਰਾਂ ਲੋਕ ਮਰ ਰਹੇ, ਹਰ ਰੋਜ਼ ਜਿਹੜੇ ਉਹ ਮਰਨ ਦੀਆਂ ਗੱਲਾਂ ਆਉਂਦੀਆਂ, ਹਰ ਰੋਜ਼ ਕਰੋਨਾ ਤੋਂ ਪੀੜਤ ਲੋਕਾਂ ਦੀਆਂ ਖਬਰਾਂ ਆਉਂਦੀਆਂ। ਗਿਣਤੀ ਜਿਹੜੀ ਆ ਉਹ ਪਲ ਦੀ ਗਿਣਤੀ ਜਿਹੜੀ ਆ ਉਹ ਚੈਨਲਾਂ ਤੇ ਆ ਰਹੀ ਹੈ, ਨੈਸ਼ਨਲ ਲੈਵਲ ਦੇ ਚੈਨਲ ਵੀ ਹੈਗੇ, ਦੂਜੇ ਚੈਨਲ ਵੀ ਹੈਗੇ, ਸੋਸ਼ਲ ਮੀਡੀਆ ਤੇ ਵੀ ਆ ਰਹੀ ਹੈਗੀ ਹੈ। ਉਹਨਾਂ ਨੂੰ ਕਿਸੇ ਨੂੰ ਦੁੱਖ ਨਹੀਂ ਹੋਇਆ। ਉਹਨਾਂ ਨੇ ਕਿਸੇ ਮੰਤਰੀਆਂ ਨੇ, ਈਵਨ ਪ੍ਰਧਾਨ ਮੰਤਰੀ ਨੇ ਜਾਂ ਕਿਸੇ ਦੇ ਸੂਬੇ ਦੇ ਮੁੱਖ ਮੰਤਰੀ ਨੇ ਦੁੱਖ ਜ਼ਾਹਰ ਨਹੀਂ ਕੀਤਾ। ਯੋਗੀ ਆਦਿੱਤਿਆਨਾਥ ਨੇ ਵੀ ਦੁੱਖ ਜ਼ਾਹਰ ਨਹੀਂ ਕੀਤਾ ਕਿ ਮੇਰੇ ਸੂਬੇ 'ਚ ਇੰਨੇ ਲੋਕ ਮਰ ਰਹੇ ਹੈਗੇ, ਮੈਨੂੰ ਦੁੱਖ ਇਸ ਗੱਲ ਦਾ, ਮੈਨੂੰ ਅਫਸੋਸ ਹੈ, ਮੈਂ ਉਹਨਾਂ ਦੇ ਪਰਿਵਾਰਾਂ ਪ੍ਰਤੀ ਜਿਹੜਾ ਵਾ ਸੰਵੇਦਨਾ ਗੁਜ਼ਾਰ ਕਰਦਾ। ਉਹ ਕਹਿੰਦਾ ਮਰ ਗਿਆ ਕੋਈ ਗੱਲ ਨਹੀਂ, ਸਰਕਾਰ ਚੈੱਕ ਕੱਟ ਦਊਗੀ, ਤੁਹਾਡਾ ਸੰਸਕਾਰ ਫ੍ਰੀ ਹੋ ਜਾਊਗਾ। ਇਸ ਤਰੀਕੇ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ, ਜਿਹੜੀ ਬੜੀ ਸ਼ਰਮਨਾਕ ਹੈ। ਔਰ ਇਸ ਸਿਸਟਮ ਨੂੰ ਜਿਹੜਾ ਉਹ ਠੀਕ ਕਰਨ ਵਿੱਚ ਸਰਕਾਰ ਨੇ ਕੋਈ ਦਿਲਚਸਪੀ ਨਹੀਂ ਵਿਖਾਈ, ਸਗੋਂ ਜਲੂਸ ਕੱਢਿਆ ਦੇਸ਼ ਦਾ। ਜਿਸ ਤਰੀਕੇ ਦੇ ਨਾਲ ਇਹ ਸਰਕਾਰਾਂ ਔਰ ਉਹਨਾਂ ਦਾ ਤੰਤਰ ਜਿਹੜਾ ਵਾ ਉਹ ਆਪਸ ਵਿੱਚ ਮਿਲ ਕੇ ਲੋਕਾਂ ਦਾ ਘਾਣ ਕਰਨ ਤੇ ਤੁੱਲੇ ਆ। ਆਉਣ ਵਾਲੇ ਦਿਨ ਇਹਨਾਂ ਵਾਸਤੇ ਸਰਕਾਰਾਂ ਲਈ ਵੀ ਔਰ ਉਸ ਤੰਤਰ ਲਈ ਵੀ ਬੜੇ ਖਤਰਨਾਕ ਹੋ ਸਕਦੇ। ਲੋਕ ਜਾਗਣਗੇ ਜ਼ਰੂਰ, ਇਹਨਾਂ ਦੇ ਗਲ ਫੜਨਗੇ। ਸੰਸਾਰ ਪੱਧਰ ਤੇ ਇਸ ਟਾਈਮ ਭਾਰਤ ਦੀ ਸਥਿਤੀ ਕਿੱਥੇ ਗਾ? ਕਿਉਂਕਿ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਡਿਵੈਲਪ ਕੰਟਰੀਆਂ ਨੇ ਜਿਹੜੇ ਆਪਣੀ ਜਿਹੜੀ ਕਰੋਨਾ ਦੀ ਵੈਕਸੀਨ ਹੈਗੀ ਆ ਉਹ ਨੇੜੇ ਤੇੜੇ ਜੇ ਲੈ ਗਏ ਆ। ਕੋਈ ਦੇ 25% ਲੱਗ ਗਈ, ਕਿਸੇ ਦੇ 30 ਲੱਗ ਗਈ, ਕਿਸੇ ਦੇ 50 ਵੀ ਲੱਗ ਗਈ, ਤੇ ਹੌਲੀ ਹੌਲੀ ਆ ਜਿਹੜਾ ਉਹ ਆਪਣੀਆਂ ਸਹੀ ਲੀਹ ਤੇ ਆ ਰਹੇ ਆ ਦੇਸ਼। ਪਰ ਇਸ ਦੇ ਚੱਲਦਿਆਂ ਭਾਰਤ ਦੀ ਸਥਿਤੀ ਕਿੱਥੇ ਖੜੀ ਹੈ? ਆਮ ਤੌਰ ਤੇ ਹੁੰਦਾ ਜੀ, ਜਦੋਂ ਕੋਈ ਟੂਰਨਾਮੈਂਟ ਹੁੰਦਾ, ਹਾਕੀ ਦਾ ਮੈਚ ਹੈ, ਕਬੱਡੀ ਦਾ, ਫੁੱਟਬਾਲ, ਵਾਲੀਬਾਲ, ਕੋਈ ਵੀ ਮੈਚ ਹੋਵੇ, ਤੇ ਪਹਿਲੀਆਂ 3 ਪੋਜੀਸ਼ਨਾਂ ਹੁੰਦੀਆਂ। ਠੀਕ ਹੈ ਜੀ, ਫਸਟ ਨੰਬਰ ਤੇ ਕੌਣ ਆਇਆ, ਸੈਕੰਡ ਤੇ ਕੌਣ ਆਇਆ, ਥਰਡ ਤੇ ਕੌਣ ਆਇਆ, ਔਰ ਉਹਨਾਂ ਵਾਸਤੇ ਤਾੜੀਆਂ ਮਾਰੀਆਂ ਜਾਂਦੀਆਂ, ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ, ਉਹਨਾਂ ਦੀਆਂ ਫੋਟੋਆਂ ਛਪਦੀਆਂ। ਠੀਕ ਹੈ ਜੀ, ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ, ਲੱਡੂ ਵੰਡੇ ਜਾਂਦੇ। ਬਦਕਿਸਮਤੀ ਇਹ ਹੈ, ਕਰੋਨਾ ਮਹਾਮਾਰੀ ਵਿੱਚ ਭਾਰਤ ਦਾ ਨੰਬਰ ਤੀਜਾ ਸੀ ਥੋੜੇ ਦਿਨ ਪਹਿਲਾਂ, ਹੁਣ ਉਹ ਦੂਸਰੇ ਨੰਬਰ ਤੇ ਪਹੁੰਚ ਗਏ। ਪਹਿਲੇ ਨੰਬਰ ਤੇ ਅਜੇ ਵੀ ਅਮਰੀਕਾ,
ਉਹੀ ਅਮਰੀਕਾ ਜਿਹਦੇ ਰਾਸ਼ਟਰਪਤੀ ਟਰੰਪ ਨੂੰ ਇੰਡੀਆ 'ਚ ਬੁਲਾ ਕੇ ਇਹ ਕਿਹਾ ਗਿਆ ਸੀਗਾ, ਦਿਖਾਇਆ ਗਿਆ ਸੀ ਕਿ ਆਹ ਸਾਰੇ ਲੋਕ ਤੇ ਅਹਿਮਦਾਬਾਦ ਵਿੱਚ ਵੀ ਆਹ ਸਾਰੇ ਲੋਕ ਜਿਹੜੇ ਆ, ਇਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਜਿਹੜਾ ਅਮਰੀਕਾ ਵਿੱਚ ਰਹਿੰਦਾ, ਅਮਰੀਕਾ ਵਿੱਚ ਕਾਰੋਬਾਰ ਕਰਦਾ, ਅਮਰੀਕਾ 'ਚ ਕਿਤੇ ਨੌਕਰੀ ਕਰਦਾ। ਇਹ ਸਾਰੇ ਉਹ ਲੋਕ ਆ ਜਿਨ੍ਹਾਂ ਦੇ ਸੰਬੰਧ ਅਮਰੀਕਾ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ। ਸਾਰੀਆਂ ਵੋਟਾਂ ਤੇਰੀਆਂ, ਅਬ ਕੀ ਬਾਰ ਟਰੰਪ ਸਰਕਾਰ, ਠੀਕ ਹੈ ਜੀ। ਔਰ ਉਹ ਅਮਰੀਕਾ ਅੱਜ ਵੀ ਪਹਿਲੇ ਨੰਬਰ ਤੇ ਆ, ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪਹਿਲੇ ਨੰਬਰ ਤੇ ਆ, ਜਿਹੜੇ ਅੰਕੜੇ ਦੱਸ ਰਹੇ ਆ। ਪਰ ਮੌਜੂਦਾ ਸਰਕਾਰ ਨੇ, ਜੋ ਬਾਈਡਨ ਸਰਕਾਰ ਨੇ ਕਾਫੀ ਹੱਦ ਤੱਕ ਕੰਟਰੋਲ ਕੀਤਾ ਔਰ ਦਾਅਵਾ ਕੀਤਾ ਕਿ ਅਸੀਂ ਜੂਨ ਜੁਲਾਈ ਤੱਕ ਸਾਰੇ ਦੇਸ਼ ਦੇ ਲੋਕਾਂ ਨੂੰ ਵੈਕਸੀਨ ਜਿਹੜੀ ਆ ਉਹ ਲਾ ਦਿਆਂਗੇ। ਘੱਟੋ ਘੱਟ 1 ਡੋਜ਼ ਜ਼ਰੂਰ ਲਾ ਦਿਆਂਗੇ, 2 ਵੀ ਲੱਗ ਸਕਦੀਆਂ, 1 ਤਾਂ ਜ਼ਰੂਰ ਲਾ ਦਾਂਗੇ। ਪਰ ਭਾਰਤ ਜਿਹੜਾ ਵਾ ਉਹ ਹੱਥ ਖੜੇ ਕਰ ਗਿਆ ਕਿ ਸਾਡੇ ਕੋਲ ਵੈਕਸੀਨ ਹੀ ਹੈ ਨਹੀਂ। ਭਾਰਤ ਦਾ ਪ੍ਰਧਾਨ ਮੰਤਰੀ ਕਹਿੰਦਾ ਜੀ ਅਸੀਂ 18 ਸਾਲ ਤੋਂ 16 ਸਾਲ ਤੋਂ ਵੱਧ ਜਿਹੜੇ ਹੈਗੇ 45 ਸਾਲ ਤੱਕ ਦੇ ਲੋਕ ਆ, ਉਹਨਾਂ ਦੀ ਪਹਿਲੀ ਮਈ ਤੋਂ ਵੈਕਸੀਨ ਜਿਹੜੀ ਕਰ ਦੇਣੀ ਸੀਗੀ, ਅੱਜ 9 ਹੋ ਗਈ, ਅਜੇ ਤੱਕ ਸ਼ੁਰੂ ਨਹੀਂ ਕੀਤੀ ਜਾ ਸਕਦੀ। ਕਿਉਂ? ਵੈਕਸੀਨ ਹੀ ਹੈ ਨਹੀਂ। ਹੁਣ ਵੈਕਸੀਨ ਜਿਹੜੀ ਆ ਉਹ ਰਸ਼ੀਆ ਤੋਂ ਆ ਰਹੀ ਆ, ਚਾਈਨਾ ਤੋਂ ਆ ਰਹੀ ਆ, ਤੇ ਸ਼ਾਇਦ ਸ਼ੁਰੂ ਹੋ ਜਾਵੇ, ਠੀਕ ਹੈ ਜੀ। ਪਰ ਵੈਕਸੀਨ ਦੀ ਜਿਹੜੀ ਡਿਸਟ੍ਰੀਬਿਊਸ਼ਨ ਆ ਉਹ ਇੰਨੀ ਫਾਲਟੀ ਹੈਗੀ ਆ, ਮੈਨੂੰ ਨਹੀਂ ਉਮੀਦ ਕਿ ਸ਼ੁਰੂ ਛੇਤੀ ਹੋ ਜਾਊਗੀ, ਜਾਂ ਇਹ ਇਸ ਸਾਲ ਦੇ ਅਖੀਰ 2021 ਦੇ ਅਖੀਰ ਤੱਕ ਵੀ ਪੂਰੇ ਭਾਰਤ ਦੇ ਲੋਕਾਂ ਨੂੰ ਘੱਟੋ ਘੱਟ 1 ਡੋਜ਼ ਵੀ ਲਵਾ ਜਾਣ ਤੇ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਪ੍ਰਾਪਤੀ ਹੋ ਜਾਊਗੀ। ਪਰ ਇਮਾਨਦਾਰੀ ਨਹੀਂ ਹੈ। ਇਮਾਨਦਾਰੀ ਹੋਵੇ ਤੇ ਸ਼ਾਇਦ ਇਸ ਪਾਸੇ ਧਿਆਨ ਦਿੱਤਾ ਜਾ ਸਕਦਾ। ਬੇਈਮਾਨੀ ਜਿਹੜੀ ਆ ਉਹ ਗੱਲ ਤੱਕ ਆ ਚੁੱਕੀ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਬਹੁਤ ਸਾਰੇ ਲੋਕਾਂ ਦੇ ਇਹ ਮਨ ਦੇ ਵਿੱਚ ਧਾਰਨਾ ਬੜੀ ਹੋਈ ਹੈ ਕਿ ਵੈਕਸੀਨ ਨਹੀਂ ਲਗਾਉਣੀ ਚਾਹੀਦੀ, ਵੈਕਸੀਨ ਲਗਾਉਣ ਤੋਂ ਪਰੇ ਹੋ ਰਹੇ ਆ, ਭੱਜ ਰਹੇ ਆ। ਕੀ ਤੁਹਾਡੇ ਵਿਚਾਰ ਅਨੁਸਾਰ ਕੋਈ ਇਹਦਾ ਸਾਈਡ ਇਫੈਕਟ ਹੈ, ਲਗਾਉਣੀ ਚਾਹੀਦੀ ਆ ਕਿ ਜੋ ਧਾਰਨਾ ਬਣੀ ਉਹ ਸਹੀ ਹੈ? ਇਹ ਧਾਰਨਾ ਗਲਤ ਹੈ। ਵੈਕਸੀਨ ਜਿਹੜੀ ਆ ਉਹ ਇੱਕ ਪ੍ਰੀਕਾਸ਼ਨ ਹੈ। ਜਿਵੇਂ ਅਸੀਂ ਪਹਿਲਾਂ ਦੇਖੀਆਂ ਬਿਮਾਰੀਆਂ ਹੁੰਦੀਆਂ ਸੀ, ਛੋਟੇ ਹੁੰਦੇ ਲੋਦੇ ਲੱਗਦੇ ਹੁੰਦੇ ਸੀ, ਮੋਢਿਆਂ ਤੇ ਵੀ ਲੱਗਦੇ ਹੁੰਦੇ ਸੀ, ਬਾਹਾਂ 'ਚ ਇੱਧਰ ਵੀ ਲੱਗਦੇ ਹੁੰਦੇ ਸੀ, ਉਹ ਸੂਈ ਗਰਮ ਜੀ ਕਰਕੇ ਇੱਦਾਂ ਚੁੱਭਦੇ ਹੁੰਦੇ ਸੀਗੇ। ਉਹ ਕੀ ਸੀ? ਉਸ ਜ਼ਮਾਨੇ 'ਚ ਜਿਹੜੀਆਂ ਬਿਮਾਰੀਆਂ ਸੀਗੀਆਂ ਉਹਨਾਂ ਤੋਂ ਬਚਣ ਦਾ ਇੱਕ ਸਾਧਨ ਸੀ। ਵੈਕਸੀਨ ਜਿਹੜੀ ਆ ਉਹ ਬਿਮਾਰੀ ਦਾ ਇਲਾਜ ਨਹੀਂ ਹੈ, ਉਹਦੀ ਪ੍ਰੀਕਾਸ਼ਨ ਹੈ। ਜਿਹੜਾ ਬੰਦਾ ਵੈਕਸੀਨ 1 ਡੋਜ਼ ਲਵਾ ਲਈ ਆ, ਦੂਜੀ ਡੋਜ਼ ਲਵਾ ਲਈ ਆ, ਤਾਂ ਵੀ ਕਰੋਨਾ ਹੋ ਸਕਦਾ, ਪਰ ਜਿਹਨੇ ਲਵਾਈ ਨਹੀਂ ਉਹਨੂੰ ਤਾਂ ਪੱਕਾ ਹੀ ਹੋਣਾ ਜੀ, ਠੀਕ ਹੈ ਜੀ। ਹੁਣ ਤੋਂ ਪਹਿਲਾਂ ਤਾਂ ਕਰੋਨਾ ਬਾਰੇ ਪਤਾ ਨਹੀਂ ਸੀ ਲੱਗਦਾ, ਹੁਣ ਡਾਕਟਰ ਦੱਸ ਚੁੱਕੇ ਹੈਗੇ ਆ ਕਿ ਕਰੋਨਾ ਜਿਹੜਾ ਵਾ ਉਹ ਸਾਹ ਨਾ ਹੁੰਦਾ, ਇੱਕ ਦੂਜੇ ਨਾਲ ਮਿਲਣ ਨਾ ਹੁੰਦਾ। ਉਦੋਂ ਤਾਂ ਹੁੰਦਾ ਸੀ ਵੀ ਸ਼ਾਇਦ ਤੁਸੀਂ ਇੱਥੇ ਹੱਥ ਲਾਤਾ ਤਾਂ ਹੋ ਜਾਊਗਾ, ਕੱਪ ਤੇ ਹੱਥ ਲਾਤਾ ਤਾਂ ਹੋ ਜਾਊਗਾ, ਫੋਨ ਤੇ ਹੱਥ ਲਾਤਾ ਤਾਂ ਹੋ ਜਾਊਗਾ, ਇਸ ਤਰੀਕੇ ਦੀ ਗੱਲ। ਹੁਣ ਉਹ ਸਾਹ ਦੀ ਗੱਲ ਹੈਗੀ ਹੈ। ਇਹ ਵੈਕਸੀਨ ਜਿਹੜੀ ਆ ਉਹ ਲਗਾਉਣੀ ਬਹੁਤ ਜ਼ਰੂਰੀ ਆ। ਸਾਈਡ ਇਫੈਕਟ ਮੇਰੇ ਮੁਤਾਬਕ, ਮੈਂ ਵੀ ਲਵਾ ਚੁੱਕਾ, 1 ਡੋਜ਼ ਪਰ ਲੱਗੀ ਹੈ, ਕੋਈ ਨਹੀਂ ਹੈਗੇ। ਉਹ ਚਲੋ ਕੈਨੇਡਾ ਵਿੱਚ ਅਸੀਂ ਕਹਿ ਸਕਦੇ ਕਿ ਇੱਥੇ ਪ੍ਰਬੰਧ ਬਹੁਤ ਵਧੀਆ, ਇੰਡੀਆ ਵਿੱਚ ਵੀ ਪ੍ਰਬੰਧ ਵਧੀਆ ਹੋ ਸਕਦੇ ਜੇ ਲੋਕੀ ਕੋਸ਼ਿਸ਼ ਕਰਨ। ਪਰ ਜੇ ਕੋਈ ਪ੍ਰਚਾਰ ਇਹ ਕਰ ਰਿਹਾ ਕਿ ਵੈਕਸੀਨ ਲੱਗਣੀ ਚਾਹੀਦੀ, ਭਾਈ ਤੁਸੀਂ ਆਪਣੇ ਬੱਚਿਆਂ ਨੂੰ ਪੋਲੀਓ ਡ੍ਰੌਪਸ ਕਿਉਂ ਪਿਲਾਏ ਸੀ? ਇਸੇ ਕਰਕੇ ਪਿਲਾਏ ਸੀ ਕਿ ਪੋਲੀਓ ਨਾ ਹੋਵੇ, ਠੀਕ ਹੈ। ਔਰ ਕਿਸੇ ਹੱਦ ਤੱਕ ਕਾਮਯਾਬੀ ਮਿਲੀ ਆ ਇੰਡੀਆ ਵਿੱਚ। ਹੁਣ ਪੋਲੀਓ ਦਾ ਕੋਈ ਟਾਵਾਂ ਹੀ ਕੇਸ ਸਾਹਮਣੇ ਆਉਂਦਾ, ਅਦਰਵਾਈਜ਼ ਪੋਲੀਓ ਐਰੈਡੀਕੇਸ਼ਨ ਹੋ ਚੁੱਕੀ ਹੈ, ਪੂਰੇ ਸੰਸਾਰ 'ਚ ਹੋ ਚੁੱਕੀ ਹੈ। ਕੁਝ ਗਰੀਬ ਕੰਟਰੀ ਹੋ ਸਕਦੇ ਜਿੱਥੇ ਅਜੇ ਥੋੜਾ ਬਹੁਤਾ ਕੋਈ ਇਦਾਂ ਦਾ ਪ੍ਰਭਾਵ ਹੋਵੇ। ਇਹ ਵੈਕਸੀਨ ਲੈਣ ਨਾਲ ਇਹਦਾ ਪ੍ਰਭਾਵ ਘਟਾਇਆ ਜਾ ਸਕਦਾ, ਬਚਿਆ ਜਾ ਸਕਦਾ। ਜੇ ਕਰੋਨਾ ਹੋ ਗਿਆ, ਵੈਕਸੀਨ ਉਹਦਾ ਇਲਾਜ ਨਹੀਂ ਹੈ, ਇਹ ਉਹਨੂੰ ਰੋਕਣ ਦੇ ਲਈ ਪਰਹੇਜ਼ ਹੈ, ਪਹਿਲਾਂ ਪ੍ਰੀਕਾਸ਼ਨਸ ਹੈ, ਲਵਾਉਣੀ ਚਾਹੀਦੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਵਿਸਥਾਰ ਨਾਲ ਤੁਸੀਂ ਇਹ ਅੱਜ ਦੀਆਂ ਖਬਰਾਂ ਦਾ ਵਿਸਥਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਸਾਡੇ ਲਈ ਟਾਈਮ ਕੱਢਦੇ ਹੋ। ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਸਮਾਂ ਦਿੱਤਾ ਔਰ ਮੈਨੂੰ ਮੌਕਾ ਦਿੱਤਾ ਕਿ ਗੱਲ ਮੈਂ ਕਰਾਂ। ਕਈ ਵਾਰੀ ਗੱਲ ਕਰਦਿਆਂ ਮਨ 'ਚ ਖਿਝ ਜੀ ਆਉਂਦੀ ਆ, ਗੁੱਸਾ ਜਿਹਾ ਆਉਂਦਾ, ਜਾਣਬੁੱਝ ਕੇ ਨਹੀਂ ਹੈ, ਹਾਲਾਤ ਇਸ ਤਰੀਕੇ ਦੇ ਪੂਰੇ ਸੰਸਾਰ ਦੇ ਬਣੇ ਹੋਏ। ਖਿਝ ਆਉਣੀ, ਗੁੱਸਾ ਜਿਹਾ ਆਉਣਾ ਸੁਭਾਵਿਕ ਹੈ। ਜੇ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਗੱਲ ਹੋਈ ਹੋਵੇ ਤਾਂ ਮੈਂ ਖਿਮਾ ਨਾ ਜਾ ਸਕਾਂ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇਹ ਸਨ ਸਰਦਾਰ MP ਸਿੰਘ ਜੀ। ਤੇ ਜੇਕਰ ਤੁਹਾਡੇ ਕੋਈ ਵਿਚਾਰ ਹੋਣ, ਤੁਸੀਂ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤੇ ਤੁਸੀਂ ਆਪਣੇ ਤੌਖਲੇ ਆ ਜਿਹੜੇ, ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟਾਂ ਦੇ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਾ ਸਕਦੇ ਆ। ਅਸੀਂ ਜ਼ਰੂਰ ਤੁਹਾਨੂੰ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸੁਝਾਅ ਸਾਂਝਾ ਕੀਤਾ ਜਾਊਗਾ।
ਤਦ ਤੱਕ ਦੇ ਲਈ ਸਾਡੀ ਸਾਰੀ ਟੀਮ ਨੂੰ ਤੁਸੀਂ ਦਿਓ ਆਗਿਆ। ਨਵੀਆਂ ਖਬਰਾਂ ਲੈ ਕੇ ਅਸੀਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।